ਵਾਲੀਏ ਕੁਲ ਆਲਮ, ਖੰਡਾਂ ਬ੍ਰਹਿਮੰਡਾਂ ਦੀ ਜਾਣਨ ਹਾਰੇ ਪ੍ਰਭੂ ਪ੍ਰਵੀਨ, ਜੁਗੋ ਜੁਗੇ ਅਟਲ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਆਪ ਜੀ ਬੈਠ ਕੇ ਮੁਕੱਦਸ ਅਸਥਾਨ ਨੌਵੇਂ ਗੁਰਦੇਵ ਤੇਗ ਬਹਾਦਰ ਸਿਮਰਿਆ। ਘਰ ਨੌ ਨਿਧ ਆਵੈ ਧਾਏ, ਸਭ ਥਾਈਂ ਹੋਏ ਸਹਾਏ। ਸਭ ਥਾਵਾਂ 'ਤੇ ਸਹਾਇਤਾ ਕਰਨ ਵਾਲੇ ਮਦਦਗਾਰ ਐਸੇ ਦੀਨ ਦਿਆਲ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪਾਵਨ ਅਸਥਾਨ 'ਤੇ ਆਪ ਜੀ ਜਿੱਥੇ ਹਾਜ਼ਰੀਆਂ ਭਰ ਰਹੇ ਹੋ, ਨਤਮਸਤਕ ਹੋ ਰਹੇ, ਉੱਥੇ ਨਾਲ ਪ੍ਰੇਮ ਭਾਵਨਾ ਦੇ ਨਾਲ ਬੈਠ ਕੇ ਸਾਧ ਸੰਗਤ ਆਪ ਜੀ ਨੇ ਰੱਬੀ ਬਾਣੀ ਦਾ ਕੀਰਤਨ ਸਰਵਣ ਕੀਤਾ, ਜਿਹਨੂੰ ਮਹਾਰਾਜ ਪਾਵਨ ਬਾਣੀ ਦੇ ਅੰਦਰ ਕਿਰਪਾ ਕਰਕੇ ਸਮਝਾਉਂਦੇ। ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ। ਮਨ ਬਿਰਤੀਆਂ ਨੂੰ ਆਪ ਜੀ ਇਕਾਗਰ ਕਰਕੇ ਬੈਠ ਕੇ ਗੁਰਬਾਣੀ ਦਾ ਕੀਰਤਨ ਆਪ ਜੀ ਨੇ ਜਿੱਥੇ ਸਰਵਣ ਕੀਤਾ, ਉੱਥੇ ਨਾਲ ਚੱਲ ਰਹੀ ਲੜੀਵਾਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦੀ ਵਿਚਾਰ, ਜਿਸ ਵਿੱਚੋਂ ਸਿੰਘ ਸਾਹਿਬਾਨ ਜੀ ਨੇ ਆਪ ਜੀ ਨੂੰ ਪਾਵਨ ਬਚਨ ਸਰਵਣ ਕਰਾਇਆ। ਸੋ ਮਹਾਰਾਜ ਕਿਰਪਾ ਕਰਨ, ਆਓ ਇਸ ਬਚਨ ਦੀ ਵਿਚਾਰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚਾ ਪਾਤਸ਼ਾਹ ਆਪ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਕਰਵਾਵੇ। ਆਪ ਸਭ ਸੰਗਤਾਂ ਅਸੀਸਾਂ ਬਖਸ਼ੋ। ਜਿੰਨੇ ਵੀ ਸਤਿਗੁਰੂ ਜੀ ਦੀ ਗੋਦ ਵਿੱਚ ਬੈਠੇ ਹਾਂ, ਸਾਰੇ ਇੱਕ ਵਾਰੀ ਮਹਾਰਾਜ ਨੂੰ ਨਮਸਕਾਰ ਕਰੀਏ, ਰਸਨਾ ਨੂੰ ਪਵਿੱਤਰ ਕਰੀਏ, ਗੁਰੂ ਚਰਨਾਂ 'ਚ ਹਾਜ਼ਰੀਆਂ ਲਵਾਈਏ। ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ। ਪਿਆਰ ਬਦਬ ਸਤਿਕਾਰ ਦੇ ਨਾਲ ਇੱਕੇ ਵਾਰੀ ਕਹਿਣ 'ਤੇ ਸਾਰੀ ਸੰਗਤ ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਵਨ ਬਚਨ ਜੋ ਆਪ ਜੀ ਨੇ ਸਰਵਣ ਕੀਤਾ, ਆਸਾ ਰਾਗ ਦੇ ਅੰਦਰ ਪਹਿਲੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਹਜ਼ੂਰ ਸੱਚੇ ਪਾਤਸ਼ਾਹ ਦੀ ਪਾਕ ਪਵਿੱਤਰ ਰਸਨਾ ਤੋਂ ਉਚਾਰਨ ਹੋਇਆ। ਅਸ਼ਟਪਦੀਆਂ ਦੇ ਰੂਪ ਵਿੱਚ ਘਰ ਤੀਜੇ ਵਿੱਚ ਇਹ ਪਾਵਨ ਬਚਨ ਜੋ ਹੈ 417 ਅੰਗ ਦੇ ਉੱਤੇ ਸੁਭਾਈਮਾਨ ਹੈ। ਪਾਵਨ ਬਚਨ ਦੇ ਅੰਦਰ ਜੋ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਾਡੇ ਨਾਲ ਗੱਲ ਸਾਂਝੀ ਕੀਤੀ, ਉਹ ਬਾ ਕਮਾਲ ਦੀ ਹੈ। ਮਤਾਂ ਇਸ ਭਰਮ ਦੇ ਵਿੱਚ ਰਹੀਏ ਕਿ ਵੀ ਮਹਾਰਾਜ ਨੇ ਇਹ ਬਚਨ ਬਾਬਰ ਨੂੰ ਸੰਬੋਧਨ ਕਰਕੇ ਆਖਿਆ ਜਾਂ ਉਹਨੇ ਹਮਲਾ ਕੀਤਾ ਤੇ ਉਹਨਾਂ ਲੋਕਾਂ ਦੇ ਲਈ ਇਹ ਬਚਨ ਸਤਿਗੁਰੂ ਜੀ ਨੇ ਉਚਾਰਨ ਕੀਤਾ। ਨਹੀਂ, ਐਸਾ ਨਹੀਂ ਹੈ ਪਿਆਰਿਓ। ਬਾਣੀ ਹਮੇਸ਼ਾ ਆਦ ਸੱਚ ਜੁਗਾਦ ਸੱਚ ਹੈ, ਭੀ ਸੱਚ ਨਾਨਕ ਹੋਸੀ ਭੀ ਸੱਚ। ਇਹਨੇ ਸੱਚ ਰਹਿਣਾ, ਇਹਨੇ ਸਾਡੇ ਭਵਿੱਖ ਦੀ ਵੀ ਗੱਲ ਕਰਨੀ ਹੈ ਤੇ ਸਾਡੇ ਵਰਤਮਾਨ ਦੀ ਵੀ ਗੱਲ ਕਰਨੀ ਹੈ। ਉਹ ਗੱਲ ਵੱਖਰੀ ਹੈ। ਆਪਾਂ ਜੋ ਹੁਣ ਸਾਡੀ ਜ਼ਿੰਦਗੀ 'ਚ ਚੱਲ ਰਿਹਾ ਨਾ, ਆਪਾਂ ਸੋਚਦੇ ਹਾਂ ਕਿ ਬਾਣੀ ਨੇ ਇਕੱਲੀ ਇਹੀ ਗੱਲ ਸਾਡੇ ਨਾਲ ਸਾਂਝੀ ਕੀਤੀ ਹੈ, ਅਗਾਂਹ ਭਵਿੱਖ ਦੀ ਗੱਲ ਨਹੀਂ ਸਾਡੇ ਨਾਲ ਕੀਤੀ। ਕਿਉਂਕਿ ਕਈਆਂ ਦੇ ਮਨ ਇਹ ਸੋਚਦੇ ਆ, ਸਾਡੇ ਮਨ ਦੀ ਬਿਰਤੀ ਹੈ ਸੋਚਣ ਦੀ, ਆਪਾਂ ਸੋਚਦੇ ਹਾਂ। ਕਿਉਂਕਿ ਚੇਤੇ ਰੱਖਣਾ, ਚਾਰ ਗੱਲਾਂ ਬਾਹਰੋਂ ਪੜ੍ਹ ਕੇ ਬਾਹਰੋਂ ਸੁਣ ਕੇ ਆਪਾਂ ਇਹ ਗੱਲ ਤੇ ਕਹਿ ਦਿੱਤੀ ਕਿ ਵੀ ਜੋ ਵਰਤਮਾਨ ਚੱਲ ਰਿਹਾ ਉਹੀ ਗੱਲ ਮੈਂ ਸਮਝਣੀ ਹੈ, ਭਵਿੱਖ ਦੀ ਗੱਲ ਨਹੀਂ ਮੈਂ ਸਮਝਣੀ। ਬਾਣੀ ਨੇ ਤੇ ਮਹਾਰਾਜ ਨੇ ਕਿਹਾ, ਅਗਾਹਾਂ ਕੋ ਧਰਾਂਗ, ਅੱਗੇ ਦੀ ਵੇਖ। ਸੋ ਆਪਾਂ ਆਪਣੀ ਜ਼ਿੰਦਗੀ ਦੇ ਅੰਦਰ ਜਦੋਂ ਵੀ ਬਾਣੀ ਨੂੰ ਪੜ੍ਹਨਾ ਹੈ, ਬਾਣੀ ਨੂੰ ਸੁਣਨਾ ਹੈ, ਬਾਣੀ ਨੂੰ ਵਿਚਾਰਨਾ, ਇਹ ਆਧਾਰ ਬਣਾ ਕੇ ਬਾਣੀ ਨੂੰ ਪੜ੍ਹਨਾ ਕਿ ਬਾਣੀ ਸਾਡੇ ਅੱਜ ਦੀ ਵੀ ਗੱਲ ਕਰਦੀ ਹੈ, ਬਾਣੀ ਸਾਡੇ
ਕੱਲ੍ਹ ਦੀ ਵੀ ਗੱਲ ਕਰਦੀ ਹੈ। ਜੇ ਜ਼ਿੰਦਗੀ ਨੂੰ ਸੌਖਾ ਜਿਉਣਾ ਹੈ, ਜੇ ਆਪਾਂ ਚਾਹੁੰਦੇ ਹਾਂ ਕਿ ਵੀ ਸਾਡਾ ਜੀਵਨ, ਸਾਡੀ ਜ਼ਿੰਦਗੀ ਜਿਹੜੀ ਰੱਬ ਨੇ ਸਾਨੂੰ ਬਖਸ਼ੀ ਹੈ ਉਹ ਸੌਖੀ ਹੋ ਜਾਏ, ਸੁਹੇਲੀ ਹੋ ਜਾਏ, ਸਾਡੀ ਕਾਇਆ ਸੁਹੇਲੀ ਹੋ ਜਾਏ। ਸੋ ਮਹਾਰਾਜ ਸੱਚੇ ਪਾਤਸ਼ਾਹ ਨੇ 4 ਸ਼ਬਦ ਜਿਵੇਂ ਆਪਾਂ ਪੜ੍ਹਦੇ ਸੁਣਦੇ ਹਾਂ, ਬਾਬਰ ਦੇ ਹਮਲੇ ਦੇ ਸੰਬੰਧ ਦੇ ਵਿੱਚ ਉਚਾਰਨ ਕੀਤੇ ਆ। 3 ਸ਼ਬਦ ਜਿਹੜੇ ਆ ਉਹ ਆਸਾ ਰਾਗ ਦੇ ਅੰਦਰ ਸੁਭਾਏਮਾਨ ਨੇ, ਤੇ 1 ਸ਼ਬਦ ਜਿਹੜਾ ਤਲੰਗ ਰਾਗ ਦੇ ਅੰਦਰ ਹੈ, ਜਿਹੜਾ ਆਪ ਜੀ ਪੜ੍ਹਦੇ ਹੋ ਨਾ, ਭਾਈ ਲਾਲੋ ਦੇ ਨਾਲ ਸੰਬੰਧਿਤ। ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ, ਗਿਆਨ ਵੇ ਲਾਲੋ ਪਾਪ ਕੀ ਜੰਜ ਲੈ ਕਾਬਲੋਂ ਧਾਇਆ ਜੋਰੀ ਮੰਗੈ ਦਾਨ ਵੇ ਲਾਲੋ। ਇਹ ਸ਼ਬਦ ਤਿਲੰਗ ਰਾਗ ਦਾ ਹੈ। ਬਾਕੀ ਜਿਹੜੇ ਸ਼ਬਦ ਆਪ ਜੀ ਨੇ ਇਹ ਸਰਵਣ ਕੀਤਾ, ਇਹ ਆਸਾ ਰਾਗ ਦੇ ਅੰਦਰ ਸੁਭਾਏਮਾਨ ਹੈ। ਹਜੂਰ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬਾਬਰ ਜਿਹੜਾ ਜਾਬਰ ਬਣ ਕੇ ਆਇਆ ਹੈ ਨਾ, ਉੱਥੋਂ ਦੇ ਲੋਕਾਂ ਦੇ ਹਾਲਾਤ ਜਿਹੜੇ ਮਹਾਰਾਜ ਨੇ ਤੱਕੇ ਵੇਖੇ, ਉਹਨਾਂ ਨੂੰ ਇਸ ਸ਼ਬਦ ਦੇ ਅੰਦਰ ਮਹਾਰਾਜ ਨੇ ਬਿਆਨ ਕੀਤਾ। ਮਹਾਰਾਜ ਕਹਿੰਦੇ ਵੇਖੋ, ਜਿਹੜਾ ਬੰਦਾ ਆਪਣੀ ਜ਼ਿੰਦਗੀ ਦੇ ਅੰਦਰ ਅਵੇਸਲਾ ਹੋ ਜਾਂਦਾ ਹੈ ਨਾ, ਉਹ ਬੰਦਾ ਕਦੀ ਵੀ ਮੰਜ਼ਿਲ ਤੇ ਨਹੀਂ ਪਹੁੰਚਦਾ, ਕੱਖ ਨਹੀਂ ਕਰਨ ਜੋਗਾ। ਉਹ ਕਿਸੇ ਗੱਲ ਤੋਂ, ਹਰੇਕ ਗੱਲਾਂ ਤੋਂ ਅਧੂਰਾ ਰਹਿ ਜਾਏਗਾ, ਪੂਰਾ ਨਹੀਂ ਹੋਏਗਾ। ਪਰ ਗੁਰੂ ਨੇ ਤੇ ਸਾਡੇ ਤੇ ਬੜੀ ਕਿਰਪਾ ਕੀਤੀ ਹੈ, ਸਾਨੂੰ ਹਰੇਕ ਪੱਖ ਸਮਝਾ ਕੇ, ਸਾਨੂੰ ਪੂਰੇ ਦੇ ਨਾਲ ਜੋੜ ਕੇ ਪੂਰੇ ਵਰਗਾ ਜੀਵਨ ਦਿੱਤਾ ਹੈ। ਮਹਾਰਾਜ ਨੇ ਤੇ ਰੋਜ਼ ਸਾਨੂੰ ਕਿਹਾ, ਪੂਰਾ ਪ੍ਰਭ ਆਰਾਧਿਆ ਪੂਰਾ ਜਾਕਾ ਨਾਉ, ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ। ਉਹ ਤਾਂ ਰੋਜ਼ ਹੀ ਸਾਨੂੰ ਕਹਿ ਰਿਹਾ, ਪੂਰੇ ਗੁਰ ਕਾ ਸੁਨ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇਖ। ਸਾਨੂੰ ਤਾਂ ਪੂਰੇ ਦੀ ਗੱਲ ਦਿੱਤੀ ਉਹਨੇ, ਅਧੂਰੇ ਦੀ ਨਹੀਂ ਦਿੱਤੀ। ਹਾਂ, ਜੇ ਅਸੀਂ ਅਧੂਰੇ ਹਾਂ ਤੇ ਅਸੀਂ ਇਹ ਸੋਚਦੇ ਹਾਂ ਕਿ ਵੀ ਗੁਰੂ ਨੇ ਸਾਨੂੰ ਅਧੂਰਾ ਛੱਡਿਆ, ਇਹਦੇ ਵਿੱਚ ਗੁਰੂ ਦਾ ਕਸੂਰ ਨਹੀਂ। ਕਬੀਰ, ਇਹ ਜਿਹੜਾ ਮਨ ਹੈ ਨਾ, ਭਗਤ ਕਬੀਰ ਜੀ ਕਹਿੰਦੇ, ਕਬੀਰ ਸਾਚਾ ਸਤਿਗੁਰ ਕਿਆ ਕਰੈ। ਕਿਉਂਕਿ ਸਾਡੇ ਵਿੱਚ ਫਰਕ ਹੈ, ਗੁਰੂ ਵਿੱਚ ਥੋੜਾ ਕੋਈ ਫਰਕ ਹੋ ਸਕਦਾ ਹੈ। ਗੁਰੂ ਤੇ ਆਪਣੇ ਆਪ ਵਿੱਚ ਪੂਰਾ ਹੈ, ਉਹਦੇ ਅੰਦਰ ਕੋਈ ਅਧੂਰਾਪਨ ਨਹੀਂ। ਆਪਾਂ ਹੀ ਭਟਕਣਾ ਵਿੱਚ ਪਏ ਹੋਏ ਹਾਂ, ਕਿਉਂਕਿ ਜਿੱਥੋਂ ਤੱਕ ਸਾਡੀ ਸੋਚ ਜਾਂਦੀ ਹੈ ਨਾ, ਅਸੀਂ ਸਿਰਫ ਓਨਾ ਹੀ ਸੋਚਦੇ ਹਾਂ, ਉਸ ਤੋਂ ਵੱਧ ਨਹੀਂ ਆਪਾਂ ਸੋਚਦੇ। ਸਾਨੂੰ ਸੋਚ ਗੁਰੂ ਵਰਗੀ ਬਣਾਉਣੀ ਪਏਗੀ। ਗੁਰਬਾਣੀ ਬਣੀ ਹੈ, ਕਿਉਂ ਕਿਹਾ ਸੀ ਮਹਾਰਾਜ ਨੇ? ਇਸੇ ਕਰਕੇ ਕਿਹਾ ਸੀ, ਗੁਰਬਾਣੀ ਵਰਗਾ ਬਣ, ਗੁਰਬਾਣੀ ਤੈਨੂੰ ਅੱਗੇ ਲੈ ਕੇ ਜਾਏਗੀ, ਪਿਛਾ ਨਹੀਂ। ਆਪਾਂ ਹਜੇ ਵੀ ਉੱਥੇ ਦੇ ਉੱਥੇ ਖਲੋਤੇ ਹਾਂ। ਹਿੰਦੁਸਤਾਨ ਦੀ ਧਰਤੀ, ਜਿਹਨੂੰ ਭਾਰਤ ਦੀ ਧਰਤੀ, ਇੰਡੀਆ ਦੀ ਧਰਤੀ ਕਿਹਾ ਜਾਂਦਾ, ਚੇਤੇ ਰੱਖਣਾ, ਇਸ ਧਰਤੀ ਦੇ ਉੱਤੇ ਵਸਦੇ ਲੋਕਾਂ ਦੀ ਜ਼ਿੰਦਗੀ ਗੁਰੂ ਨਾਨਕ ਪਾਤਸ਼ਾਹ ਦੇ ਸਮੇਂ ਜੇ ਹਾਲਾਤ ਵੇਖੋਗੇ ਨਾ, ਬੜੀ ਬਦਕਿਸਮਤੀ ਜੀ ਸੀ ਉਹਨਾਂ ਦੀ। ਇੱਕ ਤਾਂ ਭਰਮਜਾਲ ਹੈ ਉਹਨਾਂ ਦੇ ਕੋਲ, ਪਖੰਡ ਹੈ ਉਹਨਾਂ ਦੇ ਕੋਲ। ਦੂਜੀਆਂ ਜਿਹੜੀਆਂ ਉਹਨਾਂ ਦੀਆਂ ਰੀਤਾਂ ਨੇ ਨਾ, ਚੇਤੇ ਰੱਖਣਾ, ਉਹ ਨਿਰੰਕਾਰ ਪਰਮਾਤਮਾ ਵਾਲੀਆਂ ਨਹੀਂ। ਕਹਿ ਲਓ ਕਿ ਵੀ ਅੰਦਰ ਜਿਹੜਾ ਉਹਨਾਂ ਦੀ ਜਾਗਦੀ ਜ਼ਮੀਰ ਵਾਲਾ ਨਹੀਂ। ਅਣਖ ਤੇ ਗੈਰਤ ਨੂੰ ਕਿੱਲੀ ਤੇ ਟੰਗ ਕੇ ਉਹ ਲੋਕ ਜਿਹੜੇ ਆ ਸੋਚਦੇ ਸਮਝਦੇ ਆ। ਬਸ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਪਾਵਨ ਬਚਨ ਦੇ ਅੰਦਰ ਜਿਹੜੇ ਲੋਕ ਲਤਾੜੇ ਆ ਰਹੇ ਸਨ, ਜਿਹੜੇ ਹਾਕਮਾਂ ਦੀਆਂ ਮਾਰਾਂ ਖਾ ਰਹੇ ਸਨ, ਜਿਨ੍ਹਾਂ ਨੂੰ ਰੋਜ਼ ਆ ਕੇ ਹਾਕਮ ਕੁੱਟ ਕੇ ਚਲਿਆ ਜਾਂਦਾ ਸੀ, ਸਾਰਾ ਕੁਝ ਉਹਨਾਂ ਦਾ ਲੁੱਟ ਕੇ ਲੈ ਕੇ ਚਲਿਆ ਜਾਂਦਾ ਸੀ, ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨਾਂ ਦੇ ਅੰਦਰ ਦੀ ਅਣਖ, ਉਹਨਾਂ ਦੇ ਅੰਦਰ ਦੀ ਗੈਰਤ ਨੂੰ ਜਗਾ ਕੇ ਆਖਿਆ, ਦੁਨੀਆ ਦੇ ਲੋਕੋ, ਕਿਸੇ ਹਾਕਮ ਦੇ ਅੱਗੇ ਤੁਹਾਨੂੰ ਝੁਕਣ ਦੀ ਲੋੜ ਨਹੀਂ। ਤੇ ਮੈਂ ਬੇਨਤੀ ਨਾਲ ਨਾਲ ਕਰਦਾ ਜਾਵਾਂ, ਇਹ ਬਚਨ ਨੂੰ ਕੱਲਾ ਉਹਨਾਂ ਵਾਸਤੇ ਨਾ ਗਿਣਿਓ। ਮੈਂ ਪਹਿਲਾਂ ਹੀ ਕਿਹਾ, ਬਾਣੀ ਸਭ ਦੇ ਲਈ ਸਾਂਝੀ ਹੈ, ਸਭ ਨੂੰ ਮਹਾਰਾਜ ਨੇ ਜਗਾਇਆ। ਕੋਈ ਇੱਕ ਫਿਰਕੇ ਦਾ ਨਹੀਂ ਸੀ, ਇੱਕ ਜਾਤ ਦਾ, ਇੱਕ ਮਜ਼ਹਬ ਦਾ ਨਹੀਂ ਸੀ ਕਿ ਮਹਾਰਾਜ ਉਹਨੂੰ ਸੰਬੋਧਨ ਕਰ ਰਿਹਾ। ਮਹਾਰਾਜ ਅੱਜ ਸਾਨੂੰ ਵੀ ਇਸ ਬਚਨ ਰਾਹੀਂ ਕਹਿ ਰਿਹਾ, ਬੰਦਿਆ ਸਿੱਖਾ ਵੇਖੀ, ਜੇ ਮੈਂ ਉਹਨਾਂ ਨੂੰ ਕਹਿ ਰਿਹਾ ਤੇ ਤੈਨੂੰ ਵੀ ਕਹਿ ਰਿਹਾ, ਉਹ ਲੋਕ ਲਤਾੜੇ ਜਾ ਰਹੇ ਨੇ। ਰੋਜ਼ ਹਾਕਮ ਆਉਂਦਾ ਹੈ, ਕਦੀ ਗਜਨਵੀ ਆ ਜਾਂਦਾ ਹੈ। ਬਾਬਰ ਤੋਂ ਪਹਿਲਾਂ ਗਜਨਵੀ, ਉਹ ਪਤਾ ਨਹੀਂ ਕਿੰਨੀ ਵਾਰ ਉਹਨੇ ਭਾਰਤ ਨੂੰ ਲੁੱਟਿਆ, ਕਿੰਨੀ ਵਾਰ ਹਿੰਦੁਸਤਾਨ ਤੇ ਚੜ ਚੜ ਕੇ ਆਇਆ। ਉਹ ਬੜਾ ਕੁਝ ਲੁੱਟਦਾ ਰਿਹਾ।
ਉਸ ਤੋਂ ਬਾਅਦ ਅਨੇਕਾਂ ਹਾਕਮ ਆਏ ਨੇ, ਪਰ ਇੱਥੇ ਜ਼ਿਕਰ ਬਾਬਰ ਦਾ ਹੈ। ਬਾਬਰ ਨੂੰ ਮਹਾਰਾਜ ਜਾਬਰ ਕਹਿੰਦੇ ਆ। ਹੁਣ ਮਹਾਰਾਜ ਨੇ ਜਦੋਂ ਉਹਨਾਂ ਲੋਕਾਂ ਦੇ ਹਾਲਾਤ ਦੇਖੇ, ਜਦੋਂ ਉਹਨਾਂ ਲੋਕਾਂ ਵੱਲ ਵੇਖਿਆ, ਤੇ ਮਹਾਰਾਜ ਉਹਨਾਂ ਨਾਲ ਜਿੱਥੇ ਗੱਲਾਂ ਕਰਦੇ ਆ ਨਾ, ਉੱਥੇ ਨਾਲ ਰੱਬ ਦੇ ਅੱਗੇ ਫਰਿਆਦ ਵੀ ਕਰਦੇ ਨੇ, ਰੱਬ ਦੇ ਅੱਗੇ ਜੋਦੜੀ ਵੀ ਕਰਦੇ ਆ, ਤੇ ਲੋਕਾਂ ਨੂੰ ਸਮਝਾਉਂਦੇ ਆ। ਆਓ ਮਹਾਰਾਜ ਨੇ ਬਚਨ ਦੇ ਅੰਦਰ ਕੀ ਆਖਿਆ। ਮਹਾਰਾਜ ਜਦੋਂ ਇਸ ਬਚਨ ਦੀ ਸ਼ੁਰੂਆਤ ਕਰਦੇ ਆ ਤੇ ਸੰਖੇਪ ਰੂਪ ਦੇ ਅੰਦਰ ਮਹਾਰਾਜ ਮੰਗਲਾਚਰਨ ਮੂਲ ਮੰਤਰ ਜਿਹੜਾ ਆਪਾਂ ਪੜ੍ਹਦੇ ਆ ਸੰਖੇਪ ਬਾਣੀ ਦੇ ਅੰਦਰ ਸਹਿਜ ਪਾਠ ਕਰਨ ਵਾਲੇ ਜਾਣਦੇ ਆ, ਇੱਕ ਓੰਕਾਰ ਸਤ ਗੁਰ ਪ੍ਰਸਾਦ, ਪਰਮਾਤਮਾ ਇੱਕ ਹੈ ਅਤੇ ਸਤਿਗੁਰ ਜੀ ਦੀ ਕਿਰਪਾ ਦੁਆਰਾ। ਵੇਖੋ ਗੁਰੂ ਦੀ ਕਿਰਪਾ, ਜੇ ਗੁਰੂ ਦੀ ਕਿਰਪਾ ਨਹੀਂ, ਗੁਰੂ ਦੀ ਰਹਿਮਤ, ਗੁਰੂ ਦੀ ਬਖਸ਼ਿਸ਼ ਨਹੀਂ, ਤੇ ਚੇਤੇ ਰੱਖੀ ਕਦੀ ਰੱਬ ਤੱਕ ਪਹੁੰਚ ਵੀ ਨਹੀਂ ਸਕਦਾ। ਬਣਾਏਗਾ ਕਿਵੇਂ? ਵੇਖੋ ਨਾ, ਸੰਸਾਰ ਦੇ ਅੰਦਰ ਇੱਕ ਰੀਤ ਹੈ ਜਿਹੜੀ ਅੱਜ ਵੀ ਚੱਲਦੀ ਆ ਰਹੀ ਹੈ। ਜੇ ਕਿਸੇ ਨੇ ਕਿਸੇ ਦੇ ਨਾਲ ਰਿਸ਼ਤੇਦਾਰੀ ਗੰਢਣੀ ਹੈ ਨਾ, ਧੀ ਦਾ ਰਿਸ਼ਤਾ ਕਰਨਾ ਹੈ, ਪੁੱਤ ਦਾ ਰਿਸ਼ਤਾ ਕਰਨਾ ਹੈ, ਤੇ ਵਿੱਚ ਵਿਚੋਲੇ ਦੀ ਲੋੜ ਪੈਂਦੀ ਹੈ। ਕਿਉਂ? ਵਿਚੋਲਾ ਹੋਏਗਾ ਤੇ ਚੇਤੇ ਰੱਖਣਾ ਰਿਸ਼ਤੇਦਾਰੀ ਜਿਹੜੀ ਹੈ ਜੁੜਦੀ ਹੈ, ਕੁੜਮਾਚਾਰੀ ਬਣਦੀ ਹੈ। ਜੇ ਵਿਚੋਲਾ ਹੀ ਨਹੀਂ ਹੈ ਤੇ ਫਿਰ ਕੱਖ ਵੀ ਨਹੀਂ ਹੈ। ਇੱਕ ਪਾਸੇ ਅਸੀਆਂ, ਵਿਚਕਾਰ ਗੁਰੂ ਵਿਚੋਲਾ ਹੈ, ਤੇ ਤੀਜੇ ਪਾਸੇ ਨਿਰੰਕਾਰ ਹੈ। ਅਸੀਂ ਚੱਲਣਾ ਹੈ ਗੁਰੂ ਕੋਲ, ਤੇ ਗੁਰੂ ਨੇ ਸਾਡੀ ਉਂਗਲ ਪਕੜ ਕੇ ਨਿਰੰਕਾਰ ਤੱਕ ਲੈ ਕੇ ਜਾਣਾ। ਇਹ ਤਾਂ ਹੀ ਹੋਏਗਾ। ਗੁਰ ਕਿਰਪਾ ਜੇ ਨਰ ਕੋ ਕੀਨੀ, ਤੇ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ। ਸੰਗ ਪਾਨੀ ਗੁਰੂ ਦੀ ਕਿਰਪਾ ਤੋਂ ਬਿਨਾਂ ਹੋ ਹੀ ਨਹੀਂ ਸਕਦਾ। ਇਸੇ ਕਰਕੇ ਮਹਾਰਾਜ ਕਹਿਣ ਲੱਗੇ, ਇੱਕ ਗੱਲ ਪਹਿਲਾਂ ਇਹ ਸਮਝ, ਪਰਮਾਤਮਾ ਇੱਕ ਹੈ। ਕਿੰਨੀ ਕਮਾਲ ਦੀ ਗੱਲ ਹੈ। ਨਾਲ ਨਾਲ ਤੁਹਾਡੇ ਹਿਰਦਿਆਂ ਨੂੰ ਮੈਂ ਟੁੰਬਦਾ ਵੀ ਜਾਵਾਂਗਾ, ਤੁਹਾਨੂੰ ਇਹ ਵੀ ਦੱਸਦਾ ਜਾਵਾਂਗਾ ਕਿ ਵੀ ਕੀ ਆਪਾਂ ਇਸ ਗੱਲ ਤੇ ਅੱਜ ਭਰੋਸਾ ਬਣਾ ਲਿਆ ਕਿ ਪਰਮਾਤਮਾ ਇੱਕ ਹੈ। ਧਿਆਨ ਨਾਲ ਸੁਣਿਓ। ਪੜ੍ਹਦੇ ਰੋਜ਼ ਅਸੀਂ ਇੱਕ ਓੰਕਾਰ ਹਾਂ, ਪੜ੍ਹਦੇ ਰੋਜ਼ ਜਪਜੀ ਸਾਹਿਬ ਦਾ ਗੁਟਕਾ ਸਾਡੇ ਹੱਥ ਵਿੱਚ ਹੁੰਦਾ ਹੈ, ਗੁਟਕਾ ਸਾਹਿਬ, ਤੇ ਸਿੱਖ ਲੈ ਕੇ ਹੱਥ ਵਿੱਚ ਬੈਠਾ ਹੁੰਦਾ, ਪੜ੍ਹ ਰਿਹਾ ਹੁੰਦਾ ਇੱਕ ਓੰਕਾਰ। ਪਰ ਜਦੋਂ ਉਹਦੇ ਵੱਲ ਝਾਤ ਮਾਰਦੇ ਆ, ਅੰਦਰ ਇੱਕ ਨਹੀਂ ਹੁੰਦਾ, ਅੰਦਰ ਭਰਮ ਹੁੰਦਾ ਹੈ, ਅੰਦਰ ਦੂਜਾ ਛੁਪਿਆ ਹੁੰਦਾ ਹੈ, ਬਾਹਰ ਜਾਂਦਾ ਹੈ। ਇਹ ਤੋਂ ਚੇਤੇ ਰੱਖਣਾ, ਕਬਰਾਂ ਨੂੰ ਵੀ ਪੂਜਦਾ ਹੈ, ਮੜੀਆਂ ਨੂੰ ਵੀ ਪੂਜਦਾ ਹੈ, ਪੱਥਰਾਂ ਨੂੰ ਵੀ ਪੂਜਦਾ ਹੈ, ਪਤਾ ਨਹੀਂ ਕਿਹਦੀ ਪੂਜਾ ਕਰੀ ਜਾਂਦਾ ਹੈ। ਤੁਸੀਂ ਆਪ ਅੰਦਾਜ਼ਾ ਲਾਓ ਕਿ ਇੱਕ ਹੈ ਅੰਦਰੋਂ, ਪੜ੍ਹ ਇੱਕ ਰਿਹਾ ਹੈ। ਪਿਆਰਿਓ, ਸਿੱਖ ਤੇ ਰੋਜ਼ ਇਹ ਗੱਲ ਪੜਨ ਵਾਲਾ ਸੀ, ਏਕੋ ਹੈ ਭਾਈ ਏਕੋ ਹੈ, ਸਾਹਿਬ ਮੇਰਾ ਏਕੋ ਹੈ। ਸਿੱਖ ਤਾਂ ਰੋਜ਼ ਪੜਦਾ ਸੀ, ਏਕਸ ਬਿਨ ਸਭ ਧੰਦ ਹੈ, ਸਭ ਮਿਥਿਆ ਮੋਹ ਮਾਏ। ਫਿਰ ਕਿੱਥੇ ਆ ਸਾਡੇ ਅੰਦਰ ਇੱਕ? ਕਦੀ ਆਪਣੇ ਅੰਦਰ ਝਾਤ ਮਾਰ ਕੇ ਤੇ ਵੇਖੋ, ਗੁਰੂ ਨਾਨਕ ਮਹਾਰਾਜ ਨੇ ਕਿੰਨੀ ਵੱਡੀ ਸੋਚ ਸਾਨੂੰ ਦਿੱਤੀ। ਉਹਨੇ ਤਾਂ ਸੋਚ ਦਿੱਤੀ, ਤੇ ਜਿਨ੍ਹਾਂ ਨੇ ਸੋਚ ਤੇ ਪਹਿਰਾ ਦੇਣਾ ਸੀ, ਕਿ ਉਹਨਾਂ ਨੇ ਪਹਿਰਾ ਦਿੱਤਾ? ਸੋਚ ਤੇ ਨਹੀਂ ਦਿੱਤਾ। ਬਸ ਇੱਥੋਂ ਹੀ ਸਾਡੀ ਗੁਰੂ ਦੇ ਨਾਲ ਚਾਲ ਜਿਹੜੀ ਵਿਗੜ ਗਈ। ਸਾਨੂੰ ਗੁਰੂ ਨਾਲ ਚਾਲ ਮਿਲਾ ਕੇ ਆਉਣਾ ਹੀ ਨਹੀਂ ਆ ਗਿਆ। ਸਤਿਗੁਰੂ, ਤੂੰ ਸਾਨੂੰ ਕਹਿਣਾ ਇੱਕ ਹੋ ਕੇ ਚੱਲ, ਤੂੰ ਕਹਿਣਾ ਇੱਕ ਦੇ ਰਾਹ ਤੇ ਚੱਲ। ਪੜ੍ਹਦਾ ਮੈਂ ਰੋਜ਼ ਧੰਨ ਗੁਰੂ ਰਾਮਦਾਸ ਮਹਾਰਾਜ ਇਹ ਆ ਸ਼ਬਦ, ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹਿ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਪਰ ਅਸਲ ਦੇ ਵਿੱਚ ਮੇਰੀ ਤੇ ਚਾਲ ਤੇਰੇ ਨਾਲ ਚੱਲਣ ਵਾਲੀ ਹੈ ਹੀ ਨਹੀਂ। ਅੱਛਾ, ਇੱਕ ਬੇਨਤੀ ਹੋਰ ਕਰਦੇ ਮੈਂ ਸ਼ਬਦ ਵੱਲ, ਕਿਉਂਕਿ ਇੱਕ ਓੰਕਾਰ ਸਤਿਗੁਰ ਪ੍ਰਸਾਦ, ਇਹਦੇ ਅਰਥ ਵੀ ਬੜੇ ਜ਼ਰੂਰੀ ਨੇ ਕਰਨੇ, ਜਿੱਥੇ ਆਪਾਂ ਸ਼ਬਦ ਨੂੰ ਨਾਲ ਲੈਣਾ, ਕਿਉਂਕਿ ਸਾਰਾ ਕੁਝ ਸ਼ਬਦ ਦੇ ਆਲੇ ਦੁਆਲੇ ਘੁੰਮਣਾ ਹੈ। ਸੁਣਿਓ ਧਿਆਨ ਦੇ ਨਾਲ। ਜਦੋਂ ਅਸੀਂ ਆਪਣੇ ਕਿਸੇ ਮਿੱਤਰ ਨੂੰ, ਸੱਜਣ ਨੂੰ, ਕਿਸੇ ਨੂੰ ਵੀ ਮਿਲ ਰਹੇ ਹੁੰਨੇ ਆ, ਤੇ ਮਿਲ ਕੇ
ਜਦੋਂ ਅਸੀਂ ਉਹਦੇ ਨਾਲ ਹੱਥ ਮਿਲਾਉਂਦੇ ਹਾਂ ਜਾਂ ਹੱਥ ਜੋੜਦੇ ਹਾਂ, ਆਪਾਂ ਹਮੇਸ਼ਾ ਦੋ ਸ਼ਬਦ ਵਰਤਦੇ ਹਾਂ। ਪਹਿਲਾ, ਤੇਰਾ ਕੀ ਹਾਲ ਹੈ। ਦੂਜਾ, ਕੀ ਤੇਰੀ ਚਾਲ ਹੈ। ਕੀ ਹਾਲ ਚਾਲ ਹੈ, ਇਹ ਦੋ ਸ਼ਬਦ ਨੇ ਜੀ, ਧਿਆਨ ਮਾਰਿਓ। ਹੁਣ ਜਦੋਂ ਆਪਾਂ ਪੁੱਛਿਆ ਕਿ ਵੀ ਤੇਰਾ ਕੀ ਹਾਲ ਚਾਲ ਹੈ, ਅੱਗੋਂ ਕਹਿ ਦਿੱਤਾ ਬਹੁਤ ਵਧੀਆ, ਪਰ ਪਤਾ ਤੇ ਸਾਡੀ ਅੰਦਰ ਜ਼ਮੀਰ ਨੂੰ ਹੁੰਦਾ ਹੈ, ਨਾ ਤੇ ਸਾਡੇ ਹਾਲਾਤ ਚੰਗੇ ਨੇ ਤੇ ਨਾ ਸਾਡੀ ਚਾਲ ਚੰਗੀ ਹੈ। ਪਤਾ ਤੇ ਸਾਨੂੰ ਹੁੰਦਾ ਅੰਦਰੋਂ, ਨਾ ਸਾਡੇ ਹਾਲਾਤ ਚੰਗੇ ਨੇ, ਨਾ ਸਾਡੇ ਹਾਲ ਚੰਗੇ ਨੇ, ਨਾ ਸਾਡੀ ਚਾਲ ਚੰਗੀ ਹੈ। ਹਾਲਾਤ ਸਾਡੇ ਦੁੱਖਾਂ ਨਾਲ ਭਰੇ ਪਏ ਨੇ। ਘਰ ਘਰ ਦੇ ਅੰਦਰ, ਜਿਵੇਂ ਭਗਤ ਫਰੀਦ ਜੀ ਕਹਿੰਦੇ ਨਾ, ਫਰੀਦਾ ਮੈਂ ਜਾਣਿਆ ਦੁੱਖ ਮੁਝ ਕੋ ਦੁੱਖ ਸਬਾਇਆ ਜੱਗ, ਉੱਚਾ ਚੜ ਕੇ ਦੇਖਿਆ ਤਾਂ ਘਰ ਘਰ ਇਹ ਅੱਗ। ਘਰ ਘਰ ਦੁੱਖਾਂ ਦੀ ਅੱਗ ਲੱਗੀ ਹੋਈ ਹੈ। ਕਿਵੇਂ ਕਹਿ ਦਿਆਂਗੇ ਹਾਲਾਤ ਸਾਡੇ ਚੰਗੇ ਨੇ? ਜੇ ਆਪਣੀ ਚਾਲ ਵੱਲ ਵੇਖਦੇ ਆ, ਕੋਈ ਚੇਤੇ ਰੱਖਣਾ ਕਿਤੇ ਮੱਥੇ ਪਿਆ ਰਗੜਦਾ, ਕੋਈ ਕਿਸੇ ਨੂੰ ਪਿਆ ਪੂਜਦਾ, ਕਿਵੇਂ ਕਹਿ ਦਾਂਗੇ ਵੀ ਸਾਡੀ ਚਾਲ ਚੰਗੀ ਹੈ? ਨਾ ਸਾਡੇ ਹਾਲਾਤ ਗੁਰੂ ਵਾਲੇ, ਨਾ ਸਾਡੀ ਚਾਲ ਗੁਰੂ ਵਾਲੀ। ਮਹਾਰਾਜ ਨੇ ਬਚਨ ਵਿੱਚ ਆਖਿਆ, ਪਿਆਰਿਆ ਤੂੰ ਹਾਲਾਤ ਗੁਰੂ ਕੋਲੋਂ ਪੁੱਛ ਕੇ ਬਣਾਈ, ਗੁਰੂ ਤੇਰਾ ਹਾਲ ਤੇ ਹਾਲਾਤ ਵੀ ਚੰਗੇ ਕਰ ਦੇਗਾ। ਤੂੰ ਚਾਲ ਗੁਰੂ ਵਾਲੀ ਬਣਾਈ, ਗੁਰੂ ਤੈਨੂੰ ਚਾਲ ਵੀ ਚੰਗੀ ਦੇਗਾ। ਗੁਰੂ ਤੇਰਾ ਚੱਲਣਾ ਵੀ ਸੋਹਣਾ ਬਣਾ ਦੇਗਾ। ਮਹਾਰਾਜ ਅੱਗੇ ਕਹਿੰਦੇ ਗੁਰਪ੍ਰਸਾਦ, ਉਹ ਇੱਕ ਪਰਮਾਤਮਾ ਜਿਹੜਾ ਹੈ ਨਾ, ਉਹ ਗੁਰੂ ਦੀ ਕਿਰਪਾ ਦੇ ਨਾਲ ਮਿਲਦਾ ਹੈ। ਇਸ ਪਾਵਨ ਬਚਨ ਦੇ ਰਖਾਓ ਦੇ ਬੰਦ ਅੰਦਰ ਮਹਾਰਾਜ ਨੇ ਕਿਰਪਾ ਕੀਤੀ, ਪਾਰ ਬਖਸ਼ਿਸ਼ਾਂ ਕੀਤੀਆਂ ਨੇ। ਮਹਾਰਾਜ ਸਾਨੂੰ ਵੀ ਸਮਝਾ ਰਹੇ ਆ, ਇਕੱਲਾ ਉਹਨਾਂ ਨੂੰ ਨਹੀਂ ਸਮਝਾ ਰਹੇ। ਇਹ ਨਾ ਸਮਝਿਓ ਕਿ ਵੀ ਗੁਰੂ ਨਾਨਕ ਪਾਤਸ਼ਾਹ ਦਾ ਉਪਦੇਸ਼ ਇਕੱਲਾ ਸਿੱਖ ਲਈ ਹੋਏਗਾ। ਮਹਾਰਾਜ ਨੇ ਬਾਣੀ ਵਿੱਚ ਕਹਿ ਦਿੱਤਾ ਹੈ, ਮਹਾਰਾਜ ਕਹਿੰਦੇ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌਂ ਵਰਨਾ ਕੋ ਸਾਂਝਾ, ਸਭੇ ਸਾਂਝੀ ਵਾਲ ਸਦਾਇਨ। ਸਾਰੀ ਸਾਂਝੇ ਨੇ, ਜਿਹੜਾ ਮਰਜੀ ਆਵੇ, ਜਿਹੜਾ ਮਰਜੀ ਕੋਈ ਗਾਵੇ ਕੋ ਸੁਣੈ, ਹਰ ਨਾਮਾ ਚਿਤ ਲਾਏ, ਕਹੋ ਕਬੀਰ ਸੰਸਾ ਨਹੀਂ ਅੰਤ ਪਰਮ ਗਤ ਪਾਏ। ਪਰਮ ਗਤੀ ਦੀ ਅਵਸਥਾ ਤੱਕ ਪਹੁੰਚ ਜਾਏਗਾ। ਮਹਾਰਾਜ ਨੇ ਐਮਨਾਬਾਦ ਦੀ ਧਰਤੀ ਤੇ ਵਸ ਰਹੇ ਲੋਕਾਂ ਨੂੰ ਇੱਕ ਗੱਲ ਸਮਝਾਈ। ਕਹਿਣ ਲੱਗੇ, ਸੱਜਣੋ ਮਿੱਤਰੋ, ਮੇਰੀ ਗੱਲ ਧਿਆਨ ਨਾਲ ਸੁਣਿਓ, ਮੇਰੀ ਗੱਲ ਧਿਆਨ ਨਾਲ ਸੁਣਿਓ। ਜੇ ਕਿਤੇ ਐਸ਼ ਇਸ਼ਰਤ ਦੀ ਦੁਨੀਆ ਨੂੰ ਛੱਡ ਕੇ ਕਿਤੇ ਥੋੜਾ ਜਿਹਾ ਆਪਣੇ ਆਪ ਨੂੰ ਸੰਭਾਲਿਆ ਹੁੰਦਾ ਨਾ, ਅੱਜ ਤੁਹਾਡੇ ਹਾਲ ਮਾੜੇ ਨਾ ਹੁੰਦੇ। ਅੱਜ ਤੁਹਾਡੇ ਹਾਲਾਤ ਚੰਗੇ ਹੋਣੇ ਸਨ। ਤੁਹਾਡੇ ਹਾਲਾਤ ਮਾੜੇ ਹੀ ਤਾਂ ਹੋਏ, ਤੁਸੀਂ ਬਸ ਇਸੇ ਭਰੋਸੇ ਤੇ ਰਹੇ ਕਿ ਵੀ ਸਾਡੇ ਕੋਲ ਬੜੇ ਵੱਡੇ ਪੀਰ ਨੇ, ਬੜੇ ਵੱਡੇ ਪੁਜਾਰੀ ਨੇ, ਜਿਹੜੇ ਮੰਤਰ ਪੜ੍ਹਨਗੇ, ਜਿਹੜੇ ਤੰਤਰ ਪੜ੍ਹਨਗੇ ਤੇ ਮੁਗਲਾਂ ਦੀਆਂ ਫੌਜਾਂ ਨੂੰ ਅੰਨ੍ਹਿਆਂ ਕਰ ਦੇਣਗੇ। ਅੰਨੇ ਹੋ ਜਾਣਗੇ ਆਪਣੇ ਮੰਤਰ ਜਦੋਂ ਪੜ੍ਹਨਾ। ਉਹਨਾਂ ਨੇ ਇਹੀ ਹੈ ਨਾ, ਬਾਬਰ ਬਾਣੀ ਫਿਰ ਗਈ, ਉਹਦੇ ਵਿੱਚ ਬਚਨ ਆਇਆ ਨਾ, ਕੋਈ ਮੁਗਲ ਨਾ ਹੋਆ ਅੰਧਾ। ਕੋਈ ਵੀ ਮੁਗਲ ਅੰਨਾ ਨਾ ਹੋਇਆ। ਇਹਨਾਂ ਨੇ ਤੇ ਆਖਿਆ ਕਿ ਪੀਰ ਜਿਨ੍ਹਾਂ ਤੇ ਆਪਾਂ ਭਰੋਸਾ ਕੀਤਾ ਸੀ, ਇਹ ਤਾਂ ਕਹਿੰਦੇ ਸੀ ਕਿ ਬਈ ਸਾਰੇ ਅੰਨੇ ਹੋ ਜਾਣਗੇ, ਕਿਸੇ ਨੂੰ ਦਿਸੇਗਾ ਹੀ ਨਹੀਂ, ਆਪਾਂ ਆਰਾਮ ਨਾਲ ਹੀ ਜਿੱਤ ਜਾਵਾਂਗੇ, ਸੌਖੇ ਸੁਖੀ ਹੋ ਜਾਵਾਂਗੇ। ਪਰ ਇਹ ਤੇ ਬੜੀ ਮਾੜੀ ਹੋ ਗਈ ਸਾਡੇ ਨਾਲ, ਇਹਦੇ ਬੜੇ ਹਾਲਾਤ ਮਾੜੇ ਹੋ ਗਏ ਸਾਡੇ। ਬਸ ਮਹਾਰਾਜ ਨੇ ਕਿਹਾ, ਜਿਸ ਚੀਜ਼ ਤੇ ਭਰੋਸਾ ਕਰਨਾ ਸੀ ਉਹਦੇ ਤੇ ਕੀਤਾ ਨਹੀਂ, ਭਰੋਸਾ ਸਿਰਫ ਮੰਤਰਾਂ ਤੇ ਰਹਿ ਗਿਆ। ਸਿੱਖਾ, ਤੈਨੂੰ ਵੀ ਇੱਕ ਗੁਰੂ ਨੇ ਗੱਲ ਸਮਝਾਈ ਹੈ। ਗੁਰੂ ਨੇ ਇਹ ਗੱਲ ਸਮਝਾਈ ਹੈ, ਜਿੱਥੇ ਤੈਨੂੰ ਮੈਂ ਭਗਤੀ ਦੇ ਚੱਲਿਆ, ਉੱਥੇ ਨਾਲ ਤੈਨੂੰ ਮੈਂ ਸ਼ਕਤੀ ਵੀ ਦੇ ਚੱਲਿਆ। ਮੈਂ ਸਿਰਫ ਇਤਿਹਾਸ ਵਿੱਚੋਂ ਜ਼ਿਕਰ ਕਰਾਂਗਾ ਤੁਹਾਡੇ ਨਾਲ। ਗੁਰੂ ਨਾਨਕ ਪਾਤਸ਼ਾਹ ਦੇ ਸਮੇਂ ਤੋਂ ਹੀ ਭਗਤੀ ਤੇ ਸ਼ਕਤੀ ਦਾ ਕਨਸੈਪਟ ਸਾਡੇ ਨਾਲ ਤੁਰਦਾ ਹੈ। ਤੁਸੀਂ ਆਖੋਗੇ ਭਗਤੀ ਤਾਂ ਸ਼ਕਤੀ ਮੀਰੀ ਪੀਰੀ ਦੀਆਂ ਦੋ ਕਿਰਪਾਨਾਂ ਮਹਾਰਾਜ ਨੇ ਪਹਿਨੀਆਂ, ਉੱਥੋਂ ਮਿਲੀ ਆ ਸਾਨੂੰ ਭਗਤੀ ਤੇ ਸ਼ਕਤੀ। ਨਹੀਂ ਪਿਆਰਿਓ, ਭਾਈ ਗੁਰਦਾਸ ਜੀ ਨੂੰ ਕਦੀ ਧਿਆਨ ਨਾਲ ਪੜ੍ਹਿਓ। ਭਾਈ ਗੁਰਦਾਸ ਜੀ ਕਹਿੰਦੇ, ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਨਾ ਹੱਥ ਦੇ ਵਿੱਚ ਆਸਾ ਰੱਖਦੇ ਆ। ਆਸਾ ਕਿਹਨੂੰ ਕਹਿੰਦੇ ਆ ਜੀ? ਡੰਡੇ ਨੂੰ। ਇਹ ਕਾਹਦਾ ਪ੍ਰਤੀਕ ਹੈ? ਸ਼ਕਤੀ ਦਾ। ਦੋ ਚੀਜ਼ਾਂ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ। ਕਹਿਣ ਲੱਗੇ ਆਸਾ ਹੱਥ, ਹੱਥ ਦੇ ਵਿੱਚ ਕੀ ਹੈ? ਡੰਡਾ। ਕਿਤਾਬ ਕੱਛ, ਜਿਹੜੀ ਮਹਾਰਾਜ ਦੇ ਕੋਲ ਧੁਰ ਕੀ ਬਾਣੀ ਆਈ ਹੈ ਨਾ, ਉਹ ਭਗਤੀ। ਗੁਰੂ ਨਾਨਕ ਮਹਾਰਾਜ ਦੇ ਕੋਲ ਭਗਤੀ ਵੀ ਹੈ,
ਸ਼ਕਤੀ ਵੀ ਹੈ। ਤੇ ਗੁਰੂ ਨਾਨਕ ਮਹਾਰਾਜ ਅੱਜ ਉਹਨਾਂ ਲੋਕਾਂ ਨੂੰ ਸਮਝਾ ਰਹੇ ਆ ਤੇ ਸਾਨੂੰ ਕਹਿ ਰਿਹਾ, ਸਿੱਖਾ ਵੇਖੀ ਕੱਲਾ ਗੁਰਦੁਆਰੇ ਵਿੱਚ ਬਹਿ ਕੇ ਮਾਲਾ ਹੀ ਫੇਰਦਾ ਨਾ ਰਹਿ ਜੀ। ਇਹ ਨਾ ਸਮਝੀ ਕਿ ਮੈਨੂੰ ਕੱਲਾ ਮਾਲਾ ਫੇਰਨ ਵਾਲਾ ਉਹਨੇ ਬਣਾਇਆ। ਨਹੀਂ ਪਿਆਰਿਓ, ਗੁਰੂ ਨਾਨਕ ਮਹਾਰਾਜ ਨੇ ਜਿੱਥੇ ਭਗਤੀ ਦਿੱਤੀ ਉੱਥੇ ਨਾਲ ਸ਼ਕਤੀ ਵੀ ਦਿੱਤੀ ਹੈ। ਮਹਾਰਾਜ ਕਹਿੰਦੇ ਜਿੱਥੇ ਭਗਤੀ ਹੋਵੇ ਉੱਥੇ ਨਾਲ ਸ਼ਕਤੀ ਵੀ ਹੋਣੀ ਚਾਹੀਦੀ ਹੈ। ਇਹ ਦੋ ਚੀਜ਼ਾਂ। ਹੁਣ ਗੁਰੂ ਨਾਨਕ ਮਹਾਰਾਜ ਜੀ ਐਮਨਾਬਾਦ ਦੀ ਧਰਤੀ ਤੇ ਜੋ ਲੋਕ ਦੁਨੀਆ ਦੇ ਐਸ਼ ਇਸ਼ਰਤ ਦੇ ਅੰਦਰ, ਭਰਮ ਦੇ ਅੰਦਰ ਆਪਣੇ ਜੀਵਨ ਨੂੰ ਜੀ ਰਹੇ ਸਨ, ਆਪਣੀ ਜ਼ਿੰਦਗੀ ਨੂੰ ਜੀ ਰਹੇ ਸਨ, ਉਹਨਾਂ ਦੀ ਗੱਲ ਕਰਦੇ ਹਾਂ। ਰਹਾਉ ਦੇ ਬੰਦ ਦੇ ਅੰਦਰ ਪਹਿਲਾਂ ਪਰਮਾਤਮਾ ਦੀ ਗੱਲ ਕਰਦੇ ਆ, ਰੱਬ ਦੇ ਭਾਣੇ ਦੀ, ਰੱਬ ਦੇ ਹੁਕਮ ਦੀ ਗੱਲ ਕਰਦੇ ਆ। ਮਹਾਰਾਜ ਕਹਿੰਦੇ ਆ ਆਦ ਪੁਰਖ, ਮਹਾਰਾਜ ਕਹਿੰਦੇ ਆਦੇਸ਼ ਬਾਬਾ, ਆਦੇਸ਼, ਆਦੇਸ਼ ਦਾ ਅਰਥ ਹੁੰਦਾ ਜੀ ਨਮਸਕਾਰ। ਬਾਬਾ ਹੇ ਨਿਰੰਕਾਰ ਪਰਮਾਤਮਾ ਤੇਰੇ ਚਰਨਾਂ 'ਚ ਨਮਸਕਾਰ ਹੈ। ਤੇ ਸਿੱਖ ਤਾਂ ਰੋਜ਼ ਹੀ ਗੁਰੂ ਚਰਨਾਂ 'ਚ ਨਮਸਕਾਰ ਪਿਆ ਕਰਦਾ ਹੈ। ਕਦੀ ਜਪਜੀ ਸਾਹਿਬ ਨੂੰ ਧਿਆਨ ਨਾਲ ਪੜ੍ਹਿਓ, ਜਪਜੀ ਸਾਹਿਬ ਬਾਣੀ ਪੜ੍ਹਦੇ ਹੋ, ਆਪਾਂ ਬਚਨ ਪੜ੍ਹਦੇ ਹਾਂ, ਖਿੰਥਾ ਕਾਲ ਕੁਵਾਰੀ ਕਾਇਆ, ਜੁਗਤ ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ, ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਦ ਜੁਗ ਜੁਗ ਏਕੋ ਵੇਸ, ਭੁਗਤ ਗਿਆਨ ਦਇਆ ਭੰਡਾਰਨ। ਇਹਦੇ ਵਿੱਚ ਵੀ ਆਦੇਸ਼ ਤਿਸੈ ਆਦੇਸ਼। ਅੱਗੇ ਚੱਲੋ ਏਕਾ ਮਾਈ ਜੁਗਤ ਵਿਆਈ ਵਾਲੀ ਪੌੜੀ, ਉਹਦੇ ਵਿੱਚ ਵੀ ਆਦੇਸ਼ ਤਿਸੈ ਆਦੇਸ਼। ਤੇ ਮਹਾਰਾਜ ਨੇ ਜਦੋਂ ਇਹਦੇ ਅੱਗੇ ਚੌਥੀ ਨੰਬਰ ਪੌੜੀ ਜਦੋਂ ਆਪਾਂ ਪੜ੍ਹਦੇ ਹਾਂ ਆਸਣ ਲੋਏ ਲੋਏ ਭੰਡਾਰ, ਉਹਦੇ ਵਿੱਚ ਵੀ ਮਹਾਰਾਜ ਕਹਿੰਦੇ ਆਦੇਸ਼ ਤਿਸੈ ਆਦੇਸ਼, ਤੇਰੇ ਅੱਗੇ ਨਮਸਕਾਰ ਹੈ। ਹੁਣ ਮਹਾਰਾਜ ਤੁਸੀਂ ਕਹਿ ਤਾਂ ਦਿੱਤਾ ਹੈ ਕਿ ਵੀ ਨਮਸਕਾਰ ਹੈ, ਪਰ ਸਿੱਖ ਅੱਜ ਵੀ ਭੁਲੇਖੇ 'ਚ ਹੈ, ਸਿੱਖ ਅੱਜ ਵੀ ਭਰਮ 'ਚ ਹੈ। ਇਹਨੂੰ ਨਹੀਂ ਪਤਾ ਕਿਹਦੇ ਅੱਗੇ ਨਮਸਕਾਰ ਕਰਨੀ, ਇਹਦੇ ਅੱਗੇ ਜਿਹੜਾ ਆ ਗਿਆ ਉਹਦੇ ਅੱਗੇ ਮੱਥੇ ਟੇਕ ਦਿੰਦਾ, ਇਹਦੇ ਅੱਗੇ ਜਿਹੜਾ ਆ ਗਿਆ ਨਾ ਉਹਦੇ ਅੱਗੇ ਮੱਥੇ ਰਗੜ ਦਿੰਦਾ। ਮਹਾਰਾਜ ਤੁਸੀਂ ਤਾਂ ਇਹਨੂੰ ਰੋਜ਼ ਸਮਝਾਉਂਦੇ ਹੋ, ਚੌਪਈ ਸਾਹਿਬ ਬਾਣੀ ਇਹ ਤੇ ਰੋਜ਼ ਪੜ੍ਹਦਾ ਹੈ, ਰੋਜ਼ ਲੜੀਆਂ ਵੀ ਰੱਖਦਾ ਹੈ, ਰੋਜ਼ ਪੜ੍ਹਦਾ, ਕਦੀ ਗੱਡੀਆਂ 'ਚ ਸੁਣਦਾ, ਕਦੀ ਘਰਾਂ 'ਚ ਸੁਣਦਾ, ਕਦੀ ਗੁਰਦੁਆਰਿਆਂ 'ਚ ਸੁਣਦਾ, ਰੋਜ਼ ਹੀ ਕਹਿੰਦਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ। ਤਾਂ ਰੋਜ਼ ਪੜ੍ਹਦਾ, ਪਰ ਰੋਜ਼ ਪੜ੍ਹਦਿਆਂ ਵੀ ਨਮਸਕਾਰ ਤੇਰੇ ਅੱਗੇ ਨਹੀਂ ਕਰਦਾ। ਫਿਰ ਵੀ ਇਹ ਦੇਹਧਾਰੀ ਕਿਸੇ ਨਾ ਕਿਸੇ ਦੇ ਅੱਗੇ ਝੁਕਿਆ ਹੀ ਰਹਿੰਦਾ, ਇਹ ਨਮਸਕਾਰ ਨਹੀਂ ਕਰਦਾ ਤੈਨੂੰ। ਕਦੀ ਤੁਸੀਂ ਧਿਆਨ ਨਾਲ ਗੁਰੂ ਅਰਜਨ ਪਾਤਸ਼ਾਹ ਨੂੰ ਪੜ੍ਹਿਓ, ਨਮਸਕਾਰ ਕਰਨੀ ਇਹਦੇ ਭਾਵ ਅਰਥ ਬੰਦਨਾ ਕਰਨੀ, ਡੰਡੌਤ ਕਰਨੀ। ਹੁਣ ਮਹਾਰਾਜ ਧੰਨ ਗੁਰੂ ਅਰਜਨ ਦੇਵ ਮਹਾਰਾਜ ਬਾਣੀ ਦੇ ਅੰਦਰ ਦੱਸਿਆ ਕਿ ਨਮਸਕਾਰ ਕਿਹਦੇ ਅੱਗੇ ਕਰਨੀ ਹੈ। ਸਮਝ ਸਾਡੇ ਹੀ ਨਹੀਂ ਆਈ ਉਹ ਗੱਲ ਵੱਖਰੀ ਹੈ, ਪਰ ਗੁਰੂ ਨੇ ਤੇ ਸਾਨੂੰ ਸਮਝਾਇਆ ਨਾ। ਮਹਾਰਾਜ ਕਹਿੰਦੇ ਆ ਮੈਂ ਤੈਨੂੰ ਸਮਝਾਉਣਾ ਕਿ ਵੀ ਬੰਦਨਾ ਕਿਹਦੇ ਅੱਗੇ ਕਰਨੀ ਹੈ। ਮਹਾਰਾਜ ਇੱਥੇ ਕਹਿ ਰਿਹਾ ਨਾ ਆਦੇਸ਼ ਬਾਬਾ, ਆਦੇਸ਼ ਨਮਸਕਾਰ ਹੈ ਤੇਰੇ ਚਰਨਾਂ 'ਚ ਇਹ ਨਿਰੰਕਾਰ। ਪਰ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਬੰਦਨਾ ਹਾਰ, ਬੰਦਨਾ ਇੱਥੇ ਮਹਾਰਾਜ ਨੇ ਹਰ ਸ਼ਬਦ ਵਰਤਿਆ ਹੈ। ਜੇ ਬੰਦਨਾ ਕਰਨੀ ਹੈ, ਨਮਸਕਾਰ ਕਰਨੀ ਹੈ, ਨਿਰੰਕਾਰ ਦੇ ਅੱਗੇ ਕਰੀ, ਰੱਬ ਦੇ ਅੱਗੇ ਕਰੀ, ਰੱਬ ਤੋਂ ਤੁੱਲ ਕਿਸੇ ਦੇ ਅੱਗੇ ਨਮਸਕਾਰ ਨਾ ਕਰੀ, ਸਤਿਕਾਰ ਸਭ ਦਾ ਕਰੀ। ਕਿਸੇ ਧਰਮ ਦਾ ਹੋਵੇ, ਕਿਸੇ ਮਜ਼ਹਬ ਦਾ ਹੋਵੇ, ਤੂੰ ਸਤਿਕਾਰ ਕਰੀ। ਗੁਰੂ ਸਾਹਿਬਾਨਾਂ ਨੇ ਕੀਤਾ ਸਤਿਕਾਰ। ਆਪਾਂ ਇਹ ਨਹੀਂ ਕਹਿੰਦੇ ਕਿ ਵੀ ਆਪਾਂ ਕਿਸੇ ਦਾ ਸਤਿਕਾਰ ਨਹੀਂ ਕਰਦੇ, ਸਾਡੇ ਅੰਦਰ ਸਭ ਦਾ ਸਤਿਕਾਰ ਹੈ, ਸਭ ਦਾ। ਪਰ ਚੇਤੇ ਰੱਖਣਾ ਜਿੱਥੇ ਗੱਲ ਨਮਸਕਾਰ ਦੀ ਆਏਗੀ, ਜਿੱਥੇ ਗੱਲ ਡੰਡੌਤ ਦੀ ਝੁਕਣ ਦੀ ਆਏਗੀ, ਤੇ ਚੇਤੇ ਰੱਖਣਾ ਉੱਥੇ ਆਪਾਂ ਰੱਬ ਅੱਗੇ ਝੁਕਦੇ ਹਾਂ, ਨਿਰੰਕਾਰ ਅੱਗੇ ਝੁਕਦੇ ਹਾਂ, ਕਿਸੇ ਦੂਜੇ ਅੱਗੇ ਨਹੀਂ ਝੁਕਦੇ। ਮਹਾਰਾਜ ਕਹਿੰਦੇ ਇਸ ਕਰਕੇ ਆਦੇਸ਼ ਬਾਬਾ, ਆਦੇਸ਼ ਹੇ ਵਾਹਿਗੁਰੂ ਪਰਮਾਤਮਾ ਤੇਰੇ ਚਰਨਾਂ ਦੇ ਵਿੱਚ ਨਮਸਕਾਰ ਹੈ। ਕਿਉਂ? ਮਹਾਰਾਜ ਕਹਿੰਦੇ ਆਦ ਪੁਰਖ ਤੇਰਾ ਅੰਤ ਨਾ ਪਾਇਆ। ਰਹਾਉ ਦੇ ਬੰਦ ਨੂੰ ਧਿਆਨ ਨਾਲ ਸਮਝਿਓ। ਮਹਾਰਾਜ ਕਹਿੰਦੇ ਆਦ ਪੁਰਖ, ਹੇ ਆਦ ਤੋਂ ਜੁਗ ਤੋਂ, ਹੇ ਪੁਰਖ ਪਰਮਾਤਮਾ ਨਿਰੰਕਾਰ ਤੇਰਾ ਅੰਤ ਨਾ ਪਾਇਆ, ਤੇਰੇ ਅੰਤ ਨੂੰ ਪਾਇਆ ਹੀ ਨਹੀਂ ਜਾ ਸਕਦਾ। ਜਿਹੜਾ ਬੰਦਾ ਇਹ ਗੱਲ ਦਾਅਵਾ ਕਰਕੇ ਕਹਿੰਦਾ ਮੈਂ ਰੱਬ ਦਾ ਅੰਤ ਪਾ ਲਿਆ, ਝੂਠ ਬੋਲਦਾ, ਝੂਠ ਬੋਲਦਾ।
ਤੁਸੀਂ ਖਿਆਲ ਕਰਿਓ, ਸਹਿਜ ਪਾਠ ਕਰਦੇ ਹੋ। ਕੋਈ ਇੱਕ ਪੰਕਤੀ ਮੈਨੂੰ ਦੱਸ ਦਿਓ ਕਿ ਵੀ ਧੰਨ ਗੁਰੂ ਨਾਨਕ ਮਹਾਰਾਜ 35 ਮਹਾਂਪੁਰਖਾਂ ਦੀ ਬਾਣੀ ਆਪਾਂ ਪੜ੍ਹਦੇ ਹਾਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ। 35 ਮਹਾਂਪੁਰਖਾਂ ਦੇ ਵਿੱਚੋਂ ਕੋਈ ਇੱਕ ਵੀ ਮਹਾਂਪੁਰਖ ਇਹ ਦਾਅਵਾ ਕਰਕੇ ਕਹਿੰਦਾ ਹੋਵੇ ਕਿ ਮੈਂ ਰੱਬ ਦਾ ਅੰਤ ਪਾ ਲਿਆ। ਗੁਰੂ ਨਾਨਕ ਮਹਾਰਾਜ ਤੇ ਕਹਿੰਦੇ ਆ, ਅੰਤ ਨਾ ਸਿਵਤੀ ਕਹਿਣ ਨਾ ਅੰਤ, ਅੰਤ ਨਾ ਕਰਨਾ ਦੇਣ ਨਾ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ, ਤੇਰਾ ਤੇ ਅੰਤ ਹੀ ਨਹੀਂ ਪਾਇਆ ਜਾ ਸਕਦਾ। ਫਿਰ ਮਹਾਰਾਜ ਕੀ ਕਵਾਂ ਮੈਂ ਫਿਰ ਤੁਹਾਡੇ ਬਾਰੇ? ਮਹਾਰਾਜ ਕਹਿੰਦੇ ਤੂੰ ਐ ਨਾ ਕਹਿ ਕਿ ਵੀ ਤੇਰਾ ਅੰਤ ਹੋ ਜਾਏਗਾ, ਐ ਨਾ ਕਹਿ ਕਿ ਵੀ ਮੈਂ ਤੇਰਾ ਪਾਰਾਵਾਰ ਪਾ ਲਾਂਗਾ। ਤੂੰ ਕਹਿ ਰੱਬਾ ਤੂੰ ਬੇਅੰਤ ਹੈ, ਬੇਸ਼ੁਮਾਰ ਥਾ ਅਗੰਤ ਅਤੁੱਲ ਹੈ, ਤੂੰ ਤਾਂ ਬੇਅੰਤ ਹੈ, ਬੇਸ਼ੁਮਾਰ ਹੈ, ਤੇਰਾ ਅੰਤ ਕਿੰਨੇ ਪਾਉਣਾ ਹੈ? ਤੇਰਾ ਅੰਤ ਕੋਈ ਨਹੀਂ ਪਾ ਸਕਦਾ। ਇਸ ਕਰਕੇ ਮਹਾਰਾਜ ਕਹਿੰਦੇ ਆ, ਆਦਿ ਪੁਰਖ ਤੇਰਾ ਅੰਤ ਨਾ ਪਾਇਆ, ਹੇ ਆਦਿ ਤੋਂ ਮੁੱਢ ਤੋਂ ਹੇ ਪਰਮਾਤਮਾ ਨਿਰੰਕਾਰ ਵਾਹਿਗੁਰੂ ਤੇਰਾ ਅੰਤ ਕਿਸੇ ਨਹੀਂ ਪਾਇਆ। ਕਰ ਕਰ ਦੇਖੈ ਵੇਸ, ਤੂੰ ਆਪਣੇ ਭਾਣੇ, ਵੇਸ ਦਾ ਅਰਥ ਹੁੰਦਾ ਹੈ, ਇਹਨੂੰ ਆਪਾਂ ਅਰਥ ਕਰ ਲਈਏ ਆਪਣੇ ਚਲਤ ਕਹਿ ਲਈਏ, ਤੇਰੇ ਚੋਜ, ਜਾਂ ਇਹਨੂੰ ਸ਼ਬਦ ਨੂੰ ਜੋੜ ਲਈਏ ਭਾਣੇ ਦੇ ਨਾਲ। ਵੈਸੇ ਪ੍ਰੋਫੈਸਰ ਸਾਹਿਬ ਸਿੰਘ ਨੇ ਜਿਹੜੇ ਇਹਦੇ ਅਰਥ ਕੀਤੇ ਆ ਵੇਸ ਦੇ, ਉਹ ਵੇਸ ਦੇ ਅਰਥ ਜਿਹੜੇ ਆ ਭਾਣੇ ਨਾਲ ਜੋੜਦੇ ਕਿ ਵੀ ਖੇ ਰੱਬਾ ਤੇਰੇ ਭਾਣੇ ਨੂੰ ਕੌਣ ਜਾਣ ਸਕਦਾ ਹੈ? ਤੇਰੇ ਭਾਣੇ ਨੂੰ ਕੌਣ ਜਾਣ ਸਕਦਾ ਵੀ ਕਦੋਂ ਕਿਹੜਾ ਭਾਣਾ ਵਰਤ ਜਾਣਾ ਹੈ? ਕਿਸੇ ਨੂੰ ਪਤਾ ਹੈ? ਆਪਾਂ ਤੇ ਰੋਜ਼ ਪੜ੍ਹਦੇ ਆ ਧੰਨ ਗੁਰੂ ਨਾਨਕ ਮਹਾਰਾਜ ਸਾਨੂੰ ਹੁਕਮ ਦੀ ਗੱਲ ਸਮਝਾਉਂਦੇ ਆ। ਉਹ ਤਾਂ ਕਹਿੰਦੇ ਆ ਹੁਕਮ ਹੈ ਅੰਦਰ ਸਭ ਕੋ, ਹੁਕਮ ਕੀ ਹੈ? ਭਾਣਾ ਹੀ ਹੈ ਨਾ। ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਨਾਨਕ ਹੁਕਮ ਹੈ ਜੇ ਬੁੱਝੈ, ਗੱਲ ਤਾਂ ਬੁੱਝਣ ਦੀ ਸੀ, ਸਮਝਣ ਦੀ ਸੀ। ਆਪਾਂ ਬੁੱਝਿਆ ਨਹੀਂ ਉਹਦਾ ਹੁਕਮ, ਪਰ ਉਹਦੇ ਹੁਕਮ ਦੀਆਂ ਅੰਦਰੂਨੀਆਂ ਆਪਾਂ ਰੋਜ਼ ਕਰਦੇ ਹਾਂ। ਉਹਦੇ ਹੁਕਮ ਤੋਂ ਬਾਹਰ ਜਾ ਕੇ ਰੋਜ਼ ਆਪਾਂ ਗੱਲ ਕਰਦੇ, ਤੇ ਭਾਣੇ ਵਿੱਚ ਕਿੱਥੇ ਆਉਂਦੇ ਆਪਾਂ? ਉਹਦੇ ਹੁਕਮ ਵਿੱਚ ਕਿੱਥੇ ਆਉਂਦੇ ਆਪਾਂ? ਸੋ ਮਹਾਰਾਜ ਕਹਿੰਦੇ ਆ, ਇਹ ਪਰਮਾਤਮਾ ਤੇਰੇ ਵੇਸ਼ ਨੇ, ਤੇਰਾ ਭਾਣਾ ਹੈ, ਤੇਰੇ ਚੋਜ ਨੇ। ਤੇਰੇ ਚੋਜ ਨੂੰ ਕੌਣ ਜਾਣ ਸਕਦਾ ਹੈ ਕਿ ਵੀ ਕਿਹੜਾ ਭਾਣਾ ਤੂੰ ਕਿਵੇਂ ਵਰਤਾ ਦੇਣਾ? ਦੁਨੀਆ ਛਾਲ ਤਾਂ ਬੜੀ ਮਾਰਦੀ ਹੈ। ਕੋਈ ਬੰਦਾ ਕਹਿੰਦਾ ਕਿ ਮੈਂ 10 ਫੁੱਟ ਦੀ ਛਾਲ ਮਾਰੀ ਮੈਂ ਸਾਰਾ ਸੰਸਾਰ ਹੀ ਜਿੱਤ ਲੈਣਾ। ਕੋਈ 20 ਫੁੱਟ ਦੀ ਛਾਲ ਮਾਰ ਕੇ ਕਹਿੰਦਾ ਕਿ ਵੀ ਮੈਂ ਇੰਨੀ ਛਾਲ ਮਾਰੀ ਆ ਸਾਰਾ ਕੁਝ ਮੇਰਾ ਹੋ ਗਿਆ। ਕਦੀ ਤੁਸੀਂ ਧਿਆਨ ਨਾਲ ਬਾਣੀ ਪੜ੍ਹੀ ਹੋਵੇ, ਮਹਾਰਾਜ ਕਹਿੰਦੇ ਤੇਰੇ ਵਰਗੇ ਬੜੀਆਂ ਛਾਲਾਂ ਮਾਰਨ ਵਾਲੇ ਦਿਸਦੇ ਆ ਮੈਨੂੰ, ਬੜੇ ਆਏ ਛਾਲਾਂ ਮਾਰਨ ਵਰਗੇ, ਪਰ ਕੀ ਰੱਬ ਦੇ ਹੁਕਮ ਨੂੰ ਪਾਰ ਕਰ ਗਏ ਹੋ? ਨਹੀਂ। ਰੱਬ ਦੇ ਹੁਕਮ ਦੇ ਵਿੱਚ ਹੀ ਰਹਿ ਕੇ ਛਾਲ ਮਾਰੀ ਜਾ ਸਕਦੀ ਹੈ। ਜੇ ਇਹ ਸੋਚਦਾ ਕਿ ਵੀ ਮੈਂ ਰੱਬ ਤੋਂ ਵੀ ਵੱਡਾ ਹੋ ਗਿਆ, ਹੁਣ ਮੈਂ ਰੱਬ ਨੂੰ ਕੁਝ ਨਹੀਂ ਜਾਣਦਾ, ਮਹਾਰਾਜ ਕਹਿੰਦੇ ਫਿਰ ਇੱਕ ਗੱਲ ਖਿਆਲ ਰੱਖੀ, ਤੇਰਾ ਹੰਕਾਰ ਥੱਲੇ ਆਏਗਾ। ਕਿਹੜੀ? ਸਭਨੀ ਛਾਲਾਂ ਮਾਰੀਆਂ, ਪੜ੍ਹਦੇ ਆ ਨਾ ਆਪਾਂ ਵਚਨ, ਸਭਨੀ ਛਾਲਾਂ ਮਾਰੀਆਂ ਕਰਤਾ ਕਰੇ ਸੋ ਹੋਏ। ਜੋ ਕਰਤਾ ਪਰਮਾਤਮਾ ਕਰਦਾ ਹੈ ਉਹੀ ਕੁਝ ਹੋਣਾ ਹੈ। ਮਹਾਰਾਜ ਕਹਿੰਦੇ ਤੇਰੇ ਕੀਤਿਆਂ ਕੁਝ ਨਹੀਂ ਹੋਣਾ। ਕਰਨ ਕਾਰਨ ਪ੍ਰਭ ਏਕ ਹੈ, ਦੂਜਾ ਨਾ ਹੀ ਕੋਈ, ਦੂਜਾ ਕੋਈ ਹੈ ਹੀ ਨਹੀਂ। ਜੇ ਕੋਈ ਕੁਝ ਕਰ ਸਕਦਾ ਹੋਵੇ, ਮਹਾਰਾਜ ਕਹਿੰਦੇ ਆ ਕਿ ਵੀ ਬੰਦਿਆ ਤੇਰੇ ਹੱਥ ਵਿੱਚ ਕੀ ਹੈ? ਮਹਾਰਾਜ ਕਹਿੰਦੇ ਕੱਖ ਵੀ ਤੇਰੇ ਹੱਥ ਵਿੱਚ ਨਹੀਂ। ਐਵੇਂ ਮਹਾਰਾਜ ਕਹਿੰਦੇ ਢੰਡੋਰੇ ਨਾ ਪਿੱਟ ਕਿ ਮੈਂ ਆਹ ਕਰ ਦਿਆਂਗਾ, ਮੈਂ ਉਹ ਕਰ ਦਿਆਂਗਾ। ਪਿਆਰਿਆ ਨਹੀਂ। ਹਾਂ, ਸੰਸਾਰੀ ਤਾਕਤ ਦੇ ਨਾਲ ਤੂੰ ਬੰਦੇ ਦਾ ਬੜਾ ਕੁਝ ਕਰ ਸਕਦਾ ਹੈ, ਬੜਾ ਕੁਝ ਕਰ ਸਕਦਾ ਹੈ, ਕਿਉਂਕਿ ਤੇਰੇ ਕੋਲ ਸੰਸਾਰੀ ਤਾਕਤ ਹੋ ਸਕਦੀ ਹੈ। ਪਰ ਚੇਤੇ ਰੱਖੀ, ਜੇ ਕਵੇਂ ਕਿ ਵੀ ਮੈਂ ਰੱਬ ਦੇ ਨਾਲ ਵੀ ਉਸ ਤਾਕਤ ਦੇ ਨਾਲ ਚੱਲਾਂ, ਮਹਾਰਾਜ ਕਹਿੰਦੇ ਫਿਰ ਰੱਬ ਦੇ ਨਾਲ ਉਸ ਤਾਕਤ ਦੇ ਨਾਲ ਚੱਲਿਆ ਨਹੀਂ ਜਾ ਸਕਦਾ। ਰੱਬ ਦੀ ਤਾਕਤ ਤੇਰੇ ਨਾਲੋਂ ਵੱਡੀ ਹੈ, ਰੱਬ ਦੀ ਤਾਕਤ ਤੇਰੇ ਨਾਲੋਂ ਵੱਡੀ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਆ, ਤੇਰਾ ਅੰਤ ਨਾ ਪਾਇਆ ਰੱਬਾ, ਤੇਰਾ ਅੰਤ ਕਿਸੇ ਨਹੀਂ ਪਾਇਆ। ਕਰ ਕਰ ਦੇਖੈ ਵੇਸ, ਤੂੰ ਤਾਂ ਆਪਣੇ ਚਲਤ ਆਪਣੇ ਭਾਣੇ ਕਰ ਕਰਕੇ ਪਿਆ ਵੇਨਾ ਹੈ। ਇਹ ਸਾਰੇ ਤੇਰੇ ਚੋਜ ਨੇ ਤੇ ਮੈਂ ਤੇਰੇ ਚੋਜਾਂ ਦੀ ਕੀ ਬਿਆਨਬਾਜ਼ੀ ਕਰਾਂ। ਹੁਣ ਮਹਾਰਾਜ ਪਹਿਲੀਆਂ ਪੰਕਤੀਆਂ ਵਿੱਚ ਕਿਰਪਾ ਕਰਦੇ ਆ। ਹੁਣ ਉਹਨਾਂ ਲੋਕਾਂ ਦੇ ਹਾਲਾਤ ਸਤਿਗੁਰੂ ਜੀ ਦੱਸਦੇ ਆ, ਜਿਹੜੇ ਲੋਕ ਸਿਰਫ ਤੇ ਸਿਰਫ ਸੰਸਾਰੀ ਖੁਸ਼ੀਆਂ ਦੇ ਵਿੱਚ, ਸੰਸਾਰੀ ਰੰਗ ਤਮਾਸ਼ਿਆਂ ਦੇ ਅੰਦਰ ਆਪਣੀ ਜ਼ਿੰਦਗੀ ਨੂੰ ਜੀ ਰਹੇ ਸਨ। ਹੁਣ ਮਹਾਰਾਜ ਉਹਨਾਂ ਦੀ ਗੱਲ ਕਰਕੇ ਸਾਨੂੰ ਦੱਸਦੇ ਆ, ਧਿਆਨ ਦਿਓ। ਮਹਾਰਾਜ ਕਹਿੰਦੇ ਜਿਨ ਸਿਰ ਸੋਹਨ ਪੱਟੀਆਂ, ਮੰਗੀ ਪਾਏ ਸੰਧੂਰ,
महाराज कहते वेखो वो इस्त्रियां जिन्हां सुंदरियां दे सिर उत्ते केसां दे विच कारले चीर विच संधूर पा के काले केसां दीयां पट्टियां हुण तक बड़ियां सोहणियां लगदियां सन। भाव उन्हां ने अपने आप दी सुंदरता नूं वधाउण दे लई, अपने आप नूं सोहणा बनाउण दे लई महाराज कहंदे मांगी पाए संधूर, मांग दे विच काले केसां दे अंदर संधूर पाया होया, जिन सिर सोहन पट्टियां मांगी पाए संधूर। महाराज कहंदे होया कि से सिर काती मुन्नियन गल विच आवे धूड़। महाराज कहंदे वेख उन्हां दे हालात, कहंदे कि भी सोभदियां जिहड़ियां हुण तक आ रहीआं सन उन्हां दे मूँह विच मिट्टी पै रही है। हुण किन्नी कमाल दी गल है, जिहड़ियां बड़ियां सोहणियां बड़ियां चंगियां दिखण दे लई सब अडंबर पियां करदियां सन, जिन्हां नूं पता ही नहीं सी कि भी साडे ते कोई आफत भी आण पैणी है, जिन्हां नूं पता ही नहीं सी कि भी साडे ते काल चढ़ के आ रहा है, अपनी मौज मस्ती दे अंदर अपना जीवन जी रही सन। किसी नूं की पता है कि भी कदों मौत आ जानी है, किसी नूं की पता है कि भी रब दा भाणा कदों चेते रखना मनना पै जाए। जिवें भगत फरीद जी कहते फरीदा दरियावै कन्नै बगुला बैठा केल करे, केल करेंदे खंज नौ चिंते बाज पे, तो चिंते बाज ही पैने ने किसी दिन। जिवें इत्थे हुण अचिंते बाज पए ना, मौत चारे पासे मंडरा रही है। महाराज कहते की पता सीगा, से सिर काती मुनियन उन्हां दे सिर कैंची दे नाल, काती दा अर्थ हुंदा जी कैंची, कैंचियां दे नाल उन्हां दे सिर मुन देने आ ते गल दे विच इन्हां दे खे पैणी है, सवाह पैणी है, होर कख भी नहीं। अगे महाराज कहंदे महलां अंदर होंदियां हुण बैण ना मिलन हदूर, ਜਿਹੜੀਆਂ कदी महलां दे विच बह के घरां दे विच बह के बड़ियां सोहंदियां सन, बड़ियां सोहणियां लगदियां सन। महाराज कहंदे आ बैण ना मिलन हदूर। हुण महाराज कहंदे महल दियां ते गल्लां छड्डो, बैण दी थां भी उन्हां नूं मिल नहीं रहा कि भी कित्थे बईए। प्यारिओ वेखो धन गुरु नानक महाराज जी ने उन्हां लोकां दे दृष्टांत दे के उस वेले जो उन्हां नाल वापरिया सानू गल समझाई है रब दे भाणे दी कि भी वो रब दे भाणे तो बाहर हो गईयां, पता ही नहीं सी की वापर जाना है। आपां अवेसले नहीं खोना, आपां अवेसले नहीं खोना। बस एक गल हमेशा याद रखियो, जिवें महाराज कहंदे आ कि भी बंदिया हरेक चीज़ तो डरदा है पर मौत तो नहीं डरदा। हरेक चीज़ का डर है कि भी फलाना मेरे नाल ठगी मार ना दवे, मेरा पैसा ना लुट ले, मैनू मैनू आ ना कर दे, हरेक चीज़ तो डरदा है। महाराज कहंदे मौत तो डर, मौत तो डर। मौत नूं हमेशा याद रख, जे मौत याद रहेगी तो चेते रखी रब दा भाणा रब दा हुक्म याद रहेगा। जे मौत ही याद ना हुई तो चेते रखना फिर रब दे भाणे च नहीं तुर पाएगा। जेड़ा बंदा सिर्फ आ चार चीज़ां अपनी जिंदगी च लैके चलदा बंदा कदी भी रब दी रजा विच नहीं आ सकदा, कदी भी रब दे हुक्म विच नहीं चल सकदा। वो किहड़ियां चार चीज़ां सुनियो ध्यान दे नाल। महाराज ने क्या खाना पीना हसना सौना, बस आ चार चीज़ां ही ने। बंदे नूं यही याद ने, रब किते याद है बंदे नूं। बंदा खाना याद है, पीना याद है, खाना पीना हसना याद है, सोना याद है, विसर गया है मरना, खसम विसार खुआरी कीनी, त्रिग जीवन नहीं रहना। किवें फिर महाराज कहंदे रब दी रजा विच चलेगा? चल ही नहीं सकदा, क्योंकि दुनिया दी ऐश दे विच जी रहा है, दुनिया दे रंगां विच जी रहा है, पर उहनूं ये नहीं पता कि भी कल नूं मेरे नाल जो वापरन वाला है ये अज तक किसी दे नाल वापरिया भी नहीं, ये वापरिया भी नहीं। ते अगे महाराज कहते हुण बैण ना मिलन हदूर, कहन लगे ਜਿਹੜੀਆਂ महलों ਦੇ ਵਿੱਚ बैठदियां सन, महलों ਵਿੱਚ बड़ियां सोहणियां लगदियां सन, अज वो महल तां छड्डो उन्हां नूं बैण दे लई थां भी नहीं मिलदी, कित्थे बईए। ते अगे महाराज कहते जदों सियां विआहियां लाड़े सोहन पास, कहते जदों वो विआहियां आईयां ना लाड़ियां दे कोल बैठियां या लाड़े उन्हां कोल बैठे बड़े सोहणे लगदे सन, बड़े सोहणे। महाराज कहते जदों सियां विआहियां लाड़े सोहन पास,
ਹੀ ਢੋਲੀ ਚੜ ਆਈਆਂ, ਦੰਦ ਖੰਡ ਕੀਤੇ ਰਾਸ। ਮਹਾਰਾਜ ਨੇ ਕਿੰਨੇ ਕਮਾਲ ਦੇ ਦ੍ਰਿਸ਼ਟਾਂਤ ਉਹਨਾਂ ਦੇ ਖਿੱਚੇ, ਕਿੰਨੀ ਕਮਾਲ ਦੀਆਂ ਮਹਾਰਾਜ ਨੇ ਬਾਣੀ ਵਿੱਚ ਉਹਨਾਂ ਦੀਆਂ ਗੱਲਾਂ ਕਹਿ ਦਿੱਤੀਆਂ। ਜਿਹੜੇ ਅਵੇਸਲੇ ਲੋਕ ਜਿਨ੍ਹਾਂ ਨੂੰ ਪਤਾ ਹੀ ਨਹੀਂ ਕਿ ਵੀ ਕੀ ਸਾਡੇ ਨਾਲ ਵਾਪਰਨ ਵਾਲਾ ਹੈ, ਮਹਾਰਾਜ ਕਹਿੰਦੇ ਜਦੋਂ ਸੀਆਂ ਵਿਆਹੀਆਂ ਲਾੜੇ ਸੋਹਣ ਪਾਸ, ਹੀ ਢੋਲੀ ਚੜ ਆਈਆਂ। ਕਹਿੰਦੇ ਕਿ ਉਹ ਡੋਲਿਆਂ ਦੇ ਵਿੱਚ ਚੜ ਕੇ ਆਈਆਂ ਸਨ, ਖੁਸ਼ੀ ਖੁਸ਼ੀ ਦੇ ਨਾਲ ਆਈਆਂ ਸਨ ਕਿ ਵੀ ਅੱਜ ਅਸੀਂ ਆਪਣਾ ਨਿੱਜ ਘਰ, ਜਿੱਥੇ ਆਪਾਂ ਮਾਂ ਬਾਪ ਦੇ ਘਰ ਪਲੀਆਂ ਵੱਡੀਆਂ ਹੋਈਆਂ, ਜਿੱਥੇ ਇੰਨੇ ਆਨੰਦ ਮਾਣੇ, ਇੰਨੀਆਂ ਖੁਸ਼ੀਆਂ ਮਾਣੀਆਂ, ਕਹਿਣ ਲੱਗੇ ਉਹ ਖੁਸ਼ੀਆਂ ਮਾਣਨ ਵਾਲੀਆਂ ਜਦੋਂ ਡੋਲੀਆਂ ਵਿੱਚ ਚੜ ਕੇ ਗਈਆਂ, ਦੰਦ ਖੰਡ ਕੀਤੇ ਰਾਸ। ਕਹਿਣ ਲੱਗੇ ਹਾਥੀ ਦੇ ਦੰਦਾਂ ਵਰਗੇ ਚੂੜੇ ਉਹਨਾਂ ਨੇ ਆਪਣੇ ਹੱਥਾਂ ਵਿੱਚ ਪਾਏ ਹੋਏ ਨੇ, ਦੰਦ ਖੰਡ ਕੀਤੇ ਰਾਸ, ਚੂੜੇ ਪਾਏ ਹੱਥਾਂ ਦੇ ਵਿੱਚ ਉਹਨਾਂ ਦੇ ਬੜੇ ਸ਼ੋਭ ਰਹੇ ਆ। ਅੱਗੇ ਕਹਿੰਦੇ ਆ ਉੱਪਰੋਂ ਪਾਣੀ ਵਾਰੀਐ, ਚੱਲੇ ਝਿਮਕਣ ਪਾਸ। ਮੈਨੂੰ ਬਹੁਤਾ ਦੱਸਣ ਦੀ ਲੋੜ ਨਹੀਂ, ਤੁਹਾਨੂੰ ਪਤਾ ਹੈ ਕਿ ਵੀ ਸਾਰੀ ਸੰਸਾਰੀ ਰੀਤਾਂ ਨੇ ਜੋ ਅੱਜ ਵੀ ਚੇਤੇ ਰੱਖਣਾ। ਵਿਆਹ ਤੋਂ ਬਾਅਦ ਜਿਹੜੀਆਂ ਵਿਆਹ ਵੇਲੇ ਕੀਤੀਆਂ ਜਾਂਦੀਆਂ ਨੇ, ਜਦੋਂ ਬੱਚਾ ਬੱਚੀ ਆਨੰਦ ਕਾਰਜ ਹੁੰਦਾ ਤੇ ਘਰ ਜਦੋਂ ਮੁੜਦੇ ਆ ਤੇ ਮਾਂ ਪਾਣੀ ਵਾਰ ਕੇ ਪੀਂਦੀ ਹੈ, ਇਸ ਤਰ੍ਹਾਂ ਦੇ ਆਪਾਂ ਵੇਖ ਸਕਦੇ ਹਾਂ। ਇਹ ਸਭ ਰੀਤਾਂ ਨੇ ਸੰਸਾਰੀ ਅੱਜ ਵੀ ਚੱਲਦੀਆਂ ਨੇ। ਕਹਿਣ ਲੱਗੇ ਕਿ ਵੀ ਹੁਣ ਕੀ ਹੋਇਆ, ਉੱਪਰੋਂ ਪਾਣੀ ਵਾਰੀਐ, ਉਹਨਾਂ ਦੇ ਉੱਪਰੋਂ ਪਾਣੀ ਵਾਰਿਆ ਗਿਆ, ਝੱਲੇ ਚਿਮਕਣ ਪਾਸ। ਮਹਾਰਾਜ ਕਹਿੰਦੇ ਉਹਨਾਂ ਨੂੰ ਪੱਖੇ ਝੱਲੇ ਜਾ ਰਹੇ ਆ, ਬੜਾ ਉਹਨਾਂ ਦਾ ਸਤਿਕਾਰ, ਬੜੀ ਖੁਸ਼ੀ ਮਨਾਈ ਜਾ ਰਹੀ ਹੈ, ਬੜਾ ਰੌਣਕ ਮੇਲਾ ਲੱਗਾ ਹੋਇਆ। ਤੇ ਅੱਗੇ ਕਹਿੰਦੇ ਆ 1 ਲੱਖ ਲਹਿਣ ਬੈਠੀਆਂ, ਲੱਖ ਲਹਿਣ ਖੜੀਆਂ। ਕਿੰਨੀ ਕਮਾਲ ਦੀ ਗੱਲ ਹੈ। ਕਹਿਣ ਲੱਗੇ ਜਦੋਂ ਉਹ ਜਾ ਕੇ ਆਪਣੇ ਸਹੁਰੇ ਘਰ ਵਿੱਚ ਬਹਿੰਦੀਆਂ ਸਨ, ਬਹਿਣ ਦਾ ਵੀ ਉਹਨਾਂ ਨੂੰ ਚੇਤੇ ਰੱਖਣਾ, ਜਿਹਨੂੰ ਆਪਾਂ ਕਹਿੰਦੇ ਮੂੰਹ ਵਿਖਾਈ ਦੀ ਰਸਮ, ਮੂੰਹ ਵਿਖਾਈ ਦੀ ਰਸਮ, ਬਹਿਣ ਦਾ ਵੀ ਕਹਿਣ ਲੱਗੇ ਲੱਖਾਂ ਰੁਪਈਏ ਲੈਂਦੀਆਂ ਸਨ, ਲੱਖਾਂ ਰੁਪਈਏ। ਕੱਲਾ ਬਹਿਣ ਦਾ ਹੀ ਨਹੀਂ ਜ਼ਿਕਰ ਕੀਤਾ ਮਹਾਰਾਜ, ਕਹਿੰਦੇ ਜਿੱਥੇ ਬਹਿੰਦੀਆਂ ਲੱਖਾਂ ਰੁਪਈਆ ਲੈਂਦੇ ਸਨ, ਉੱਥੇ ਜਦੋਂ ਖੜੀਆਂ ਵੀ ਕੋਣੀਆਂ ਤੇ ਖੜੇ ਹੋਣ ਦਾ ਵੀ ਲੱਖਾਂ ਰੁਪਈਆ ਲੈਂਦੀਆਂ ਸਨ। ਕਹਿੰਦੇ ਇੰਨਾ ਸਤਿਕਾਰ ਸੀ ਉਹਨਾਂ ਦਾ। ਅੱਗੇ ਕਹਿੰਦੇ ਗਰੀ ਛੁਹਾਰੇ ਖਾਂਦੀਆਂ, ਮਾਣਨ ਸਿਜੜੀਆਂ। ਕਹਿੰਦੇ ਕਿੱਥੇ ਗਿਰੀਆਂ ਖਾਂਦੀਆਂ, ਛੁਹਾਰੇ ਖਾਂਦੀਆਂ, ਬਦਾਮ ਖਵਾਉਂਦੀਆਂ, ਭਾਂਤ ਭਾਂਤ ਦੇ ਪਕਵਾਨ ਉਹਨਾਂ ਦੇ ਲਈ ਪੱਕੇ ਹੁੰਦੇ ਸਨ। ਗਰੀ ਛੁਹਾਰੇ ਖਾਂਦੀਆਂ, ਮਾਣਨ ਸਿਜੜੀਆਂ, ਬੜੀਆਂ ਸੋਹਣੀਆਂ ਤੇ ਬੜੀਆਂ ਚੰਗੀਆਂ ਸੇਜਾਂ ਮਾਣਦੀਆਂ ਸਨ। ਸੇਜਾਂ ਵਿੱਚ ਵੀ ਕੋਈ ਕਮੀ ਨਹੀਂ ਸੀ, ਸੇਜ ਵੀ ਇੰਨੀ ਕਮਾਲ ਦੀ ਉਹਨਾਂ ਦੀ, ਕਹਿਣ ਲੱਗੇ ਕਿ ਵੀ ਕੋਈ ਦੱਸ ਨਹੀਂ ਸਕਦਾ ਕਿ ਵੀ ਕਿੰਨੀ ਕਮਾਲ ਦੀ ਹੋਏਗੀ। ਮਾਨਣ ਸੇਜਣੀਆਂ, ਕਹਿਣ ਲੱਗੇ ਸੇਜੜੀਆਂ ਨੂੰ ਮਾਣਦੀਆਂ ਨੇ। 3 ਗਲ ਸਿਲਕਾਂ ਪਾਈਆਂ, ਟੁੱਟਣ ਮੋਤ ਸਰੀਆਂ। ਗੁਰੂ ਨਾਨਕ ਮਹਾਰਾਜ ਕਹਿੰਦੇ ਵੇਖੋ ਕਿੰਨੀ ਕਮਾਲ ਦੀ ਗੱਲ ਹੈ, ਇੰਨੇ ਰੰਗ ਮਾਨਣ ਵਾਲੀਆਂ, ਇੰਨੀ ਖੁਸ਼ੀ ਭੋਗਣ ਵਾਲੀਆਂ, ਖੁਸ਼ੀ ਖੁਸ਼ੀ ਡੋਲੀਆਂ ਚੜ ਕੇ ਆਈਆਂ, ਪਾਣੀ ਵਾਰਿਆ ਗਿਆ। ਕਿਤੇ ਖਾਣ ਦੇ ਲਈ ਇੰਨਾ ਸੋਹਣਾ, ਪਹਿਨਣ ਦੇ ਲਈ ਇੰਨਾ ਸੋਹਣਾ, ਕਿਤੇ ਬੈਠਣ ਦੇ ਲਈ ਇੰਨੇ ਸੋਹਣੇ ਪਲੰਗ ਉਹਨਾਂ ਨੂੰ ਦਿੱਤੇ ਗਏ। ਮਹਾਰਾਜ ਕਹਿੰਦੇ ਅੱਜ ਕੀ ਹੋਇਆ, ਕਹਿੰਦੇ 3 ਗਲ ਸਿਲਕਾਂ ਪਾਈਆਂ। ਸਿਲਕਾਂ ਦਾ ਅਰਥ ਹੁੰਦਾ, ਸਿਲਕ ਦਾ ਅਰਥ ਹੁੰਦਾ ਜੀ ਰੱਸੀ। ਜਦੋਂ ਬਾਬਰ ਆਇਆ, ਜਾਬਰ ਬਣ ਕੇ ਬਾਬਰ ਆਇਆ, ਉਹਨੇ ਇਹ ਨਹੀਂ ਵੇਖਿਆ ਕਿ ਵੀ ਤੁਸੀਂ ਕਿੰਨੀਆਂ ਸੋਹਣੀਆਂ, ਤੁਹਾਨੂੰ ਕਿੰਨੇ ਸੋਹਣੇ ਘਰ ਮਿਲੇ, ਕਿੰਨੇ ਸੋਹਣੇ ਪਤੀ ਮਿਲੇ। ਉਹਨੇ ਕੱਖ ਨਹੀਂ ਵੇਖਿਆ, ਉਜਾੜਨ ਵਾਲਾ ਕੱਖ ਨਹੀਂ ਜੇ ਵੇਖਦਾ, ਸਭ ਕੁਝ ਉਜਾੜ ਕੇ ਰੱਖ ਦਿੰਦਾ ਹੈ। ਰੱਬ ਦਾ ਹੀ ਫਰਮਾਨ ਹੈ ਨਾ, ਰੱਬ ਦਾ ਹੀ ਹੁਕਮ ਹੈ, ਉਜਾੜਨ ਵਾਲਾ ਕੱਖ ਨਹੀਂ ਜੇ ਵੇਖਦਾ। ਬਾਬਰ ਚੜ ਕੇ ਆ ਗਿਆ, ਕਹਿਣ ਲੱਗੇ ਗਲ ਦੇ ਵਿੱਚ ਉਹਨਾਂ ਦੇ ਹੁਣ ਰੱਸੀਆਂ ਪੈ ਗਈਆਂ, ਰੱਸੇ ਪੈ ਗਏ, ਗਲਾਂ ਵਿੱਚ ਫਾਈਆਂ ਪੈ ਗਈਆਂ। 3 ਗਲ ਸਿਲਕਾਂ ਪਾਈਆਂ, ਟੁੱਟਣ ਮੋਤ ਸਰੀਆਂ। ਜਿਹੜੀਆਂ ਉਹਨਾਂ ਦੇ ਗਲਾਂ ਦੇ ਵਿੱਚ ਮੋਤੀਆਂ ਦੇ ਹਾਰ ਪਏ ਹੋਏ ਸਨ, ਕੀਮਤੀ ਸ਼ਿੰਗਾਰ ਪਏ ਹੋਏ ਸਨ, ਕਹਿਣ ਲੱਗੇ ਸਾਰੇ ਟੁੱਟ ਗਏ, ਗਲਾਂ ਦੇ ਵਿੱਚ ਸਿਰਫ ਰੱਸੀਆਂ ਹੀ ਰਹਿ ਗਈਆਂ। ਹੁਣ ਸਿਰਫ ਉਹਨਾਂ ਨੂੰ ਸਾਹਮਣੇ ਮੌਤ ਦਿਸਦੀ ਹੈ। ਹੁਣ ਉਹਨਾਂ ਨੂੰ ਸਾਹਮਣੇ ਚੇਤੇ ਰੱਖਣਾ ਬਾਬਰ ਜਾਬਰ ਬਣਿਆ ਦਿਸਦਾ ਹੈ। ਉਹਨਾਂ ਨੂੰ ਹੁਣ ਉਹ ਐਸ਼ੋ ਆਰਾਮ ਨਹੀਂ ਦਿਸਦਾ, ਉਹਨਾਂ ਨੂੰ ਸਾਹਮਣੇ ਦੁੱਖ ਹੀ ਦੁੱਖ ਨਜ਼ਰ ਆਉਂਦਾ, ਹੁਣ ਸੁੱਖ ਨਜ਼ਰ ਨਹੀਂ ਆਉਂਦਾ। ਅੱਗੇ ਮਹਾਰਾਜ ਕਹਿੰਦੇ ਆ ਇਹ ਬਣੀ ਗੱਲ ਕਿਵੇਂ, ਜਦੋਂ ਵੀ ਕਿਸੇ ਕੌਮ ਦਾ ਉਜਾੜਾ ਹੁੰਦਾ ਹੈ ਨਾ, ਸੁਣਿਓ ਧਿਆਨ ਨਾਲ, ਅਗਲੀ ਜਿਹੜੀ ਮੈਂ ਗੱਲ ਤੁਹਾਡੇ ਨਾਲ ਸਾਂਝੀ ਕਰਨ ਲੱਗਾ, ਜਦੋਂ ਵੀ ਕਿਸੇ ਕੌਮ ਦਾ ਉਜਾੜਾ ਹੁੰਦਾ ਉਹ 2 ਇਹਨਾਂ ਚੀਜ਼ਾਂ ਕਰਕੇ ਹੁੰਦਾ। ਗੁਰੂ ਨਾਨਕ ਮਹਾਰਾਜ ਨੇ ਜ਼ਿਕਰ ਕੀਤਾ, ਮੈਂ ਨਹੀਂ ਕਹਿ ਰਿਹਾ, ਸਤਿਗੁਰੂ ਗੁਰੂ ਨਾਨਕ ਮਹਾਰਾਜ ਕਹਿ ਰਿਹਾ।
महाराज कहते दो चीज़ां करके उजाड़ा होया, केड़ी? धन जोबन दोए वैरी होए। रुकांगा मैं इत्थे, चेते रखना। दो चीज़ां ने, एक धन है, एक जोबन है। गुरु नानक महाराज ने ये नहीं कहा कि भी तेरे कोल धन ना होवे, तेरे कोल जोबन ना होवे। तेरे कोल सब कुछ होना चाहिए, धन भी होना चाहिए, तेरे कोल जोबन भी होना चाहिए। किते गुरु साहिबानां दे फरजंद किते ध्यान मारियो बा कमाल दे, उन्हां दे कोल जोबन भी है ते उन्हां कोल धन भी है। महाराज ने किते नहीं कहा, पर कहते जदों बंदा रब नूं भुला के, निरंकार नूं भुला के जदों इन्हां दोवां चीज़ां ते ध्यान दवे ना, मेरे कोल धन बड़ा है, बंदा हंकारी हो जाएगा। मेरे कोल जोबन बड़ा कमाल दा है, कहते बंदा हंकारी हो जाएगा। कहते बस आही तेरी मौत का कारण ही, तेरे उजाड़े का कारण है। चेते रखना बाणी ने सानू की समझाया, थोड़ा जा बाणी विचों सुनीए आपां। महाराज कहते एक गल याद रख, धन जोबन अर फुलड़ा। गुरु नानक महाराज जी का बचन है जी, श्री राग के अंदर तुसीं पढ़दे हो। महाराज कहते धन जोबन ते माण करन वाले आ, धन जोबन दे विच अपनी जिंदगी नूं बर्बाद करन वाले आ, तेरा उजाड़ा इन्ना ही करना है। किवें? महाराज कहते धन जोबन अर फुलड़ा नाठियड़े दिन चार। ये तो 4 दिन की सुहपणता है धन की। देव आएगा चलिया जाएगा, मुड़ के तेरे को रहना थोड़ी है। तेरे को चेते रखना, इथों एक हाथ च रखना तो दूजे हाथ तो जाएगा, पता भी नहीं लगना। चलो मेरे एक छोटी जी साखी याद आई इतिहास विचों। कवि संतोख सिंह जी ने जिक्र किया जी, कवि राज कवि संतोख सिंह जी ने कह लगे, धन गुरु नानक महाराज सच्चे पातशाह ना सुल्तानपुर की धरती ते नौकरी करते हैं। कोई चेते रखना, कोई प्राइवेट नहीं, सरकारी नौकरी। धन गुरु नानक महाराज की मोदी खाने के अंदर नवाब जिहड़ा है ना, नवाब उहदे हजूर करते महाराज नौकरी। कहते महाराज नौकरी करते आ। एक दिन धन गुरु नानक महाराज नूं मिलण दे लई कह लगे, पिता जी ने कहा कि मैं अपने पुत्र नूं मिल के आवां। बाबा मेहता कालू जी संखेप करा, जदों आए जी इतिहास में लिखा गड्डे लैके आए। कह लगे जदों आए तो पुत नूं आख्या, पुत की कमाया, की कमाया? तो गुरु नानक महाराज ने कहा कि भी किहड़ी गल करदे हो? गुरु नानक महाराज ने उत्ते अपने पिता नूं आख्या, पिता जी जे तां धन की गल करदे हो तो मैं तुहानूं कहना, धन जिहड़ा है ना वो इधरों आउंदा, इधरों इत आवत इत चल जात है। सतगुरु जी ने एक गल समझा दी कि पिता जी धन इधरों आउंदा इधरों चलिया जांदा, धन कित्थे टिकदा है? रहना धन ने भी नहीं है। जे मैं जोबन की गल करा, रहना जोबन ने भी नहीं है। महाराज कहते काहदा मान करदा है? धन जोबन अर फुलड़ा नाठियड़े दिन चार, पब्बन केरे पत जो ढल ढुल जुम्मन हार। महाराज कहते ढल जाएगा जोबन, खत्म हो जाएगा धन, फिर की करेगा? महाराज ने कहा धन जोबन दोए वैरी होए। मैं तेनू सिक्ख्या दे रहा, किते चेते रखी, बाबर ने उन्हां लोकां नूं लुटिया, उन्हां दा धन उन्हां दा जोबन ही उन्हां दा वैरी बन गया। लुटे गए, खुआर हो गए। धन जोबन दोए वैरी होए, जिन्नी रखे रंग लाए, जिन्हें बड़े रंग ला के रखे हुए सन, रंग मान रहे सन, कह लगे वैरी बन गया। दूतां नूं फरमाया लै चले पत गवाए। बाबर ने दूतां नूं कह दिता, फरमान जारी कर दिता, लै चले पत गवाए। कह लगे हुण अपनियां पत्तां अपनियां इज्जतां नूं गवा बैठे। किहड़े एमनाबाद की धरती दे लोग, भावें वो मर्द होण भावें इस्त्रियां होण, महाराज कहते सब नूं मार पई। अगे कह लगे जे तिस भावै दे वडियाई, जे भावै दे सजाए। महाराज कहते वो तो रब दे हथ दे विच, वो भावे ते वडियाइयां दे दे, वडियाइयां देण ते आवे। ते जिनको नदर कर्म तिनकार, नानक नदरी नदर निहाल, निहाल कर दिंदा है। जै भावै दे सजाए, जे उन्होंने भावे तो सजा भी दे दिंदा है। ये ना समझो कि भी रब ने सजा नहीं देनी। जे वडियाइयां दे रहा है तो चेते रखना सजा भी दिंदा है, सजा भी देगा। तो अगे पदे विच महाराज के अगों दे जे चेती है तो कायत मिले सजाए। हुण महाराज ने अरदास की, बेनती की जी। महाराज उन्होंने समझाउंदे आ, प्यारिओ जे रब नूं चेतोगे ना,
अगों दे जे चेतीए तां कायत मिलै सजाए। चेते रखना कदी सजा नहीं मिलेगी, सजा मिलदी उदों है जदों रब नूं भुलदे हो। सजा मिलनी उदों है जदों निरंकार नूं भुलदे हो। परमेशर ते भुलिया व्यापन सभे रोग, रोग की है? सजा ही है साडे लई, सजा ही बन गई ना। ते महाराज कहंदे आ अगे कहन लगे साहां सुरत गवाईया रंग तमाशे चाए। महाराज कहंदे आ कि भी उन्होंने अपनियां सुरतां गवा लियां रंग तमाशियां दे विच आके। ते अगे कहंदे आ बाबर वाणी फिर गई कोई ना रोटी खाए। कहन लगे हुण राजकुमार भी रोटी नहीं कहंदे जदों बाबर वाणी फिर गई। बाबर दी महाराज कहंदे कि भी वो गल चल पई, उन्हें चारे पासे रोला मचाया। ते अगे कहंदे इक ना वक्त खुवाईयन इक ना पूजा जाए। वक्त भी खुंज गए। महाराज कहंदे एक नमाज तो रह गए ते एक पूजा तो रह गए। अगे कहंदे चौंके विण हिंदवाणियां क्यों टिक्के कड्डे नाए। चौंका भी कुण सुच्चा करन तो गईयां। महाराज की टिक्का कड्डण ते की लाउण। कहन लगे सब कुछ उन्हां कोलों खो लिया। राम ना कबहू चेत्यो हुण कहण ना मिले खुदाए। हुण कहन लगे राम भी कहण दे लई उन्हां नूं नहीं मिलदा, मूँह चों राम भी नहीं कहंदे ते जेड़े खुदा कहंदे सी ओह खुदा भी नहीं कहंदे। ते अगे लास्ट पदे विच महाराज कहंदे एक घर आवें अपने एक मिल मिल पुछै सुख। जदों एक अपने घर विच आके एक दूजे नूं मिलदे आ ते सुख पुछदे आ, सुख कित्थों आवे। एक ना इहो लिखिया बह बह रोवैं दुख। दूजियां दे लई इह लिखिया भाई तुहाडे पल्ले सिर्फ दुख रह गया, दुख तो सिवा कख भी नहीं रह गया। वो रोंदे आ करलाउंदे आ। ते फिर महाराज कहंदे जो तिस भावै सो थियै नानक क्या मानुख। जो उन्होंने चंगा लगता है ना, जो तिस भावै नानका साई गल चंगी। जो उन्होंने चंगा लगना है होना उही है, चेते रखना उस तो बिना कख भी नहीं होना। गल है रजा दी, गल है भाणे दी। महाराज कहंदे जे रब दे भाणे दे विच चलिया हुंदा, तैनूं पता हुंदा कि भी ये जिन्ने भी मंत्र ने तंत्र ने काम नहीं करने, तू अपना अग्गा सवारदा। इसे करके महाराज ने भगती ते शक्ति का कंसैप्ट दिता सानू। महाराज कहंदे जिथे भगती करनी है उत्थे नाल पावर हथियार दी भी तेरे कोल होवे। महाराज कहंदे आ जो तिस भावै सो थियै नानक क्या मनुख। इस मनुख हाथ की है, ये विचारा की कर सकता है। जो कुछ रब नूं पाउंदा है, जो उन्होंने चंगा लगता है, सतगुरु जी कहंदे भाई उही कुछ होना है, तेरे कीते दे नाल कुछ भी नहीं होना। सो महाराज सच्चे पातशाह कृपा करन। अष्टपदी के रूप दे विच पावन बचन सी, आप जी दे नाल बचन की सांझ पाई। महाराज सबना नूं चढ़दी कला बख्शण। बहुत बहुत धन्नवाद। धन धन सतगुरु श्री गुरु ग्रंथ साहिब महाराज सच्चे पातशाह का बहुत बहुत धन्नवाद। आप सब संगतां दा, समूह प्रबंधक कमेटी का। सतगुरु जी सबना नूं चढ़दी कला बख्शण। इसे तरह बाणी पढ़ते सुनते रहिए जी। इन्नियां बेनतियां प्रवान करियो, भुल्लां दी खिमा। गज के फतेह बुलाओ, प्यार नाल आखो जी वाहिगुरू जी का खालसा वाहिगुरू जी की फतेह। वाहिगुरू जी राम कली महला तीजा। आनंद एक ओंकार सतगुर प्रसाद। आनंद पया मेरी माए सतगुरु मैं पाया। राग रतन परवार परियां शब्द गावण आईयां। कहे नानक आनंद होआ सतगुरु मैं पाया। हर नाल रहो तू मन मेरे दुख सब विसारना। सबना गल्लां समरथ स्वामी सो क्यों मनो विसारे। साचे साहिबा क्या नहीं करते रहे। सदा सिफत सलाह तेरी नाम मन वसावे। कहे नानक सच्चे साहिब क्या नहीं करते रह। सच्चा नाम मेरा आधार।